ਸਤਨਾਮ ਸ਼੍ਰੀ ਵਾਹਿਗੁਰੂ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਹੋ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਅਬ ਤਬ ਜਬ ਕਬ ਤੂ ਹੀ, ਹਮ ਤੋ ਪ੍ਰਸਾਦ ਸੁਖੀ ਸਦਹੀ। हर बेअंत हो मित कर वरनाओ, क्या जाना हो होए कै सोरे। करो बेनती सतगुर अपने, मैं मूर्ख देहो उपदेसो रे। सतनाम श्री वाहिगुरु जी। गौड़ी ग्वारेरी महला तीजा। हऊँ मैं विच सब जग बहुराना, ਦੂਜੈ ਭਾਏ ਭਰਮ ਭੁਲਾਨਾ। ਹਉ ਮੈਂ ਵਿੱਚ ਸਭ ਜਗ ਬਹੁਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 10 ਸਰੂਪਾਂ ਦੇ ਆਤਮਿਕ ਗਿਆਨ ਸਰੂਪ, ਆਤਮਿਕ ਜੋਤ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ। ਸਤਿਗੁਰਾਂ ਦੀ ਕਿਰਪਾਲਤਾ ਦਾ ਸਦਕਾ ਜੋ ਗੁਰ ਸ਼ਬਦ ਦੀ ਲੜੀਵਾਰ ਵਿਚਾਰ ਆਰੰਭ ਹੈ, ਸਤਿਗੁਰਾਂ ਦੀ ਮੁੱਖ ਵਾਕ ਬਾਣੀ ਦੀ ਵਿਚਾਰ ਆਰੰਭ ਹੈ। ਹੁਣ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 159 ਅੰਗ ਤੱਕ ਗੌੜੀ ਰਾਗ ਵਿੱਚ ਵਿਚਾਰ ਪਹੁੰਚੀ ਹੋਈ ਹੈ। ਗੌੜੀ ਰਾਗ ਅੰਦਰ ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦ ਹਨ ਉਹ ਸੰਪੂਰਨ ਹੋਏ। ਉਸ ਤੋਂ ਅੱਗੇ ਹੁਣ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਬਦਾਂ ਦੀ ਵਿਚਾਰ ਹੋ ਰਹੀ ਹੈ। ਹੁਣ ਤੱਕ ਕੁੱਲ ਗੌੜੀ ਰਾਗ ਦੇ 25 ਸ਼ਬਦਾਂ ਦੀ ਵਿਚਾਰ ਹੋ ਚੁੱਕੀ ਹੈ। ਇਸ ਤੋਂ ਅੱਗੇ ਜੋ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ ਰਹੇ ਹਨ, ਹਜ਼ੂਰ ਦੀ ਕਿਰਪਾਲਤਾ ਨਾਲ ਇਸ ਉਪਦੇਸ਼ ਨੂੰ ਵਿਚਾਰ ਕੇ ਸੁਣ ਕੇ ਹੋਰ ਲਾਹਾ ਪ੍ਰਾਪਤ ਕਰਨ ਦਾ ਯਤਨ ਕਰੀਏ। ਗੌੜੀ ਗਵਾਰੇਰੀ ਮਹੱਲਾ ਤੀਜਾ। ਗੌੜੀ ਰਾਗ ਦੀ ਇੱਕ ਵੰਨਗੀ ਹੈ ਗਵਾਰੇਰੀ। ਇਸ ਦੇ ਅੰਦਰ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਬਚਨ ਫਰਮਾ ਰਹੇ ਨੇ ਕਿ ਹਉਮੈ ਵਿੱਚ ਸਭ ਜਗ ਬਹੁਰਾਨਾ। ਇਹ ਜੋ ਜਗ ਹੈ, ਸੰਸਾਰ ਹੈ, ਜੋ ਦੁਨੀਆ ਦੇ ਲੋਕ ਹਨ, ਇਹ ਆਪਣਾ ਜੀਵਨ ਹਉਮੈ ਅਹੰਕਾਰ ਵਿੱਚ ਬਤੀਤ ਕਰ ਰਹੇ ਨੇ। ਅਤੇ ਇਸ ਹਉਮੈ ਹੰਕਾਰ ਵਿੱਚ ਜੋ ਜੀਵ ਆਪਣਾ ਜੀਵਨ ਬਤੀਤ ਕਰ ਰਹੇ ਹਨ, ਸਾਰੇ ਬਹੁਰਾਨਾ ਝੱਲੇ ਹਨ। ਸਾਰਾ ਸੰਸਾਰ, ਸਾਰਾ ਜਗਤ ਹੀ ਹਉਮੈ ਦੇ ਕਾਰਨ ਬਹੁਰਾਨਾ ਹੈ, ਝੱਲਾ ਹੈ, ਪਾਗਲ ਹੈ, ਬੇਵਕੂਫ ਬਣ ਰਿਹਾ ਹੈ। ਜੋ ਪਾਗਲ ਵਿਅਕਤੀ ਹੈ ਆਮ ਤੌਰ 'ਤੇ ਦਿਮਾਗੀ ਤੌਰ 'ਤੇ ਉਹ ਜਿੱਧਰ ਨੂੰ ਚਿੱਤ ਕਰਦਾ ਉੱਧਰ ਨੂੰ ਤੁਰ ਪੈਂਦਾ, ਉਹਨੂੰ ਸੂਝ ਬੂਝ ਨਹੀਂ ਹੁੰਦੀ। ਅਤੇ ਦੁਨੀਆਦਾਰ ਲੋਕ ਉਹਨਾਂ ਨੂੰ ਬੌਰੇ ਕਹਿੰਦੇ ਨੇ, ਝੱਲੇ ਕਹਿੰਦੇ ਹਨ, ਪਾਗਲ ਕਹਿੰਦੇ ਨੇ। ਬਲਕਿ ਜੋ ਸੰਸਾਰੀ ਲੋਕ ਨੇ ਉਹ ਤਾਂ ਭਗਤਾਂ ਨੂੰ ਸਗੋਂ ਬੌਰਾ ਕਹਿੰਦੇ ਨੇ। ਜਿਵੇਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਕਹਿੰਦੇ ਸੀ ਵੀ ਕਾਲੂ ਦਾ ਪੁੱਤ ਨਾਨਕ ਕੁਰਾਈਆ ਹੈ। ਔਰ ਇਸੇ ਤਰ੍ਹਾਂ ਕਬੀਰ ਜੀ ਨੇ ਆਪ ਬਚਨ ਕੀਤਾ, ਲੋਗ ਕਹਿ ਕਬੀਰ ਬੌਰਾਨਾ, ਪਰ ਕਬੀਰ ਕਾ ਮਰਮ ਰਾਮ ਪਹਿਚਾਨਾ। ਸੋ ਹਜ਼ੂਰ ਨੇ ਹੋਰ ਵੀ ਬਹੁਤ ਬਚਨ ਇਸ ਸੰਬੰਧ 'ਚ ਕੀਤੇ ਨੇ ਅਤੇ ਜਗਤ ਅਸਲ ਵਿੱਚ ਸਾਰਾ ਹੀ ਬੌਰਾ ਹੈ, ਝੱਲਾ ਹੈ, ਪਾਗਲ ਹੈ, ਕਿਉਂਕਿ ਹਉਮੈ ਹੰਕਾਰ ਵਿੱਚ ਵਿਚਰ ਰਿਹਾ ਹੈ ਸਾਰਾ ਸੰਸਾਰ। ਤ੍ਰਿਭਵਨ ਢੂੰਡੀ ਸੱਜਣਾ ਹਉਮੈ ਬੁਰੀ ਜਗਤ। ਸੰਸਾਰ ਵਿੱਚ ਜਿਹੜੀ ਹਉਮੈ ਹੈ ਬਹੁਤ ਬੁਰੀ ਹੈ। ਕੋਈ ਵੀ ਆਪਣੇ ਆਪ ਨੂੰ ਘੱਟ ਨਹੀਂ ਕਹਾਉਂਦਾ। ਸਾਰੇ ਬੁਰੇ ਕਰਮ ਕਰਕੇ ਵੀ ਅਸੀਂ ਲੋਕ ਆਪਣੇ ਆਪ ਨੂੰ ਚੰਗਾ ਹੀ ਸਦਵਾ ਕੇ ਖੁਸ਼ ਹਾਂ। ਇਹ ਹਉਮੈ ਹੈ। ਸੋ ਹਜ਼ੂਰ ਕਹਿੰਦੇ ਨੇ ਦੂਜੈ ਭਾਏ ਭਰਮ ਭੁਲਾਨਾ। ਇਹ ਸਾਰਾ ਸੰਸਾਰ ਮਾਇਆ ਦੇ ਮੋਹ ਵਿੱਚ ਹੈ। ਦੁਵੈਤ ਭਾਵ, ਪਰਮਾਤਮਾ ਇੱਕ ਨੂੰ ਛੱਡ ਕੇ ਜਿਹੜਾ ਦੂਜਾ ਭਾਵ ਪ੍ਰੇਮ ਪਿਆਰ ਹੈ ਨਾ ਸੰਸਾਰ ਦਾ,
ਉਹਦੇ 'ਚ ਪਿਆ ਹੋਇਆ ਇਹ ਸੰਸਾਰ, ਇਹ ਜਗਤ, ਇਹ ਦੁਨੀਆ ਦੇ ਲੋਕ ਭਰਮ ਭੁਲਾਨਾ, ਭਰਮ ਭ੍ਰਾਂਤੀ, ਭਰਮ ਭਟਕਣਾ ਵਿੱਚ ਪਿਆ ਹੋਇਆ ਅਤੇ ਭੁਲਾਨਾ ਖੁੰਝ ਗਿਆ ਹੈ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਰਸਤੇ ਤੋਂ। ਜੀਵਨ ਦੀ ਜਾਚ ਨੂੰ ਭੁੱਲ ਗਿਆ ਹੈ। ਇਹ ਭੁਲਾਨਾ ਕੁਰਾਹੇ ਪੈ ਗਿਆ ਹੈ। ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ। ਜਿਹੜਾ ਆਪਾ ਸਰੂਪ ਹੈ ਨਾ, ਆਪਣਾ ਆਤਮਾ, ਅਸਲ ਵਿੱਚ ਜੋ ਸਾਡਾ ਸਰੂਪ ਹੈ, ਜਿਹਦੇ ਬਾਰੇ ਹਜ਼ੂਰ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਪਣੇ ਮਨ ਨੂੰ ਸਮਝਾਓ ਕਿ ਮਨਾ ਤੂੰ ਇਹ ਨਹੀਂ ਜੋ ਬਣ ਕੇ ਬੈਠਾ, ਤੂੰ ਸਰੀਰ ਨਹੀਂ ਹੈ, ਤੂੰ ਆਤਮਾ ਹੈ, ਤੂੰ ਜੋਤ ਸਰੂਪ ਹੈ, ਵਾਹਿਗੁਰੂ ਦੀ ਅੰਸ਼ ਹੈ। ਕਬੀਰ ਜੀ ਨੇ ਕਿਹਾ ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟਾ ਨਾ ਮੰਸ। ਜਿਸ ਤਰ੍ਹਾਂ ਕਾਗਜ਼ 'ਤੇ ਪਈ ਹੋਈ ਸਿਆਹੀ ਮਿਟਦੀ ਨਹੀਂ, ਇਸੇ ਤਰ੍ਹਾਂ ਇਹ ਸਾਡਾ ਜਿਹੜਾ ਅਸਲ ਸਰੂਪ ਹੈ ਉਹ ਹੈ ਵਾਹਿਗੁਰੂ ਦੀ ਜੋਤ, ਵਾਹਿਗੁਰੂ ਦੀ ਅੰਸ਼। ਇਹ ਮਿਟਣ ਵਾਲਾ ਨਹੀਂ, ਨਾ ਇਸ ਦਾ ਜਨਮ ਹੈ ਨਾ ਇਸ ਦੀ ਮੌਤ ਹੈ। ਸਰੀਰਾਂ ਦੇ ਜਨਮ ਹੁੰਦੇ ਨੇ, ਸਰੀਰਾਂ ਦੀ ਮ੍ਰਿਤੂ ਹੁੰਦੀ ਹੈ। ਇਸ ਕਰਕੇ ਆਪਣੇ ਆਪ ਨੂੰ, ਆਪਣੇ ਅਸਲ ਸਰੂਪ ਨੂੰ ਨਹੀਂ ਪਛਾਣਿਆ ਇਸ ਜਗਤ ਦੇ ਲੋਕਾਂ ਨੇ। ਅਤੇ ਜਗਤ ਦਾ ਸਾਰੇ ਲੋਕ ਜਾਂ ਸਾਰਾ ਸੰਸਾਰ ਜਾਂ ਸਾਰਾ ਜਗਤ ਹੀ ਬਹੁਤ ਚਿੰਤਾ ਚਿਤਵੈ, ਬੜੀਆਂ ਸੋਚਾਂ ਸੋਚਦਾ ਹੈ, ਬਹੁਤ ਚਿੰਤਾ ਚੰਬੜੀ ਹੋਈ ਹੈ ਅਤੇ ਬਹੁਤ ਕੁਝ ਚਿਤਵਦਾ ਯਾਨੀ ਸੋਚਦਾ ਹੈ। ਬੜੀਆਂ ਚਿਤਵਨੀਆਂ ਦੇ ਵਿੱਚ ਪਿਆ ਹੋਇਆ। ਜਿਵੇਂ ਬਚਨ ਕੀਤਾ ਭਾਈ ਗੁਰਦਾਸ ਨੇ, ਚਿੰਤਾ ਮਨ ਗੁਰ ਛੱਡ ਕੇ ਚਿੰਤਾ ਮਨ ਚਿੰਤਾ ਨਾ ਗਵਾਏ, ਚਿਤਵਨੀਆਂ ਲਖ ਰਾਤ ਦੇ ਤਰਾਸ ਨਾ ਤ੍ਰਿਸ਼ਨਾ ਅਗਨ ਬੁਝਾਏ। ਸੋ ਇਸ ਪ੍ਰਕਾਰ ਹੋਰ ਚਿੰਤਾ ਬਣੀਆਂ ਦੂਜੀਆਂ ਤੀਜੀਆਂ ਚੀਜ਼ਾਂ ਇਸ ਜੀਵ ਦੀ ਚਿੰਤਾ ਨਹੀਂ ਮੇੜ ਸਕਦੀਆਂ। ਇਹ ਇਸੇ ਤਰ੍ਹਾਂ ਚਿੰਤਾ ਵਿੱਚ ਅਤੇ ਚਿਤਵਨੀਆਂ 'ਚ, ਸੋਚਾਂ 'ਚ ਗਰਸਿਆ ਹੀ ਰਹੇਗਾ ਜਦੋਂ ਤੱਕ ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਆਪ ਨੂੰ ਨਹੀਂ ਪਛਾਣਦਾ। ਧੰਦਾ ਕਰਤਿਆ ਅਨ ਦਿਨ ਵਿਹਾਨਾ, ਮਾਇਆ ਜਮ੍ਹਾਂ ਕਰਨ ਦੀ ਲਾਲਸਾ ਵਿੱਚ ਜਿਹੜੀ ਦੌੜ ਭੱਜ ਕਰਨੀ ਹੈ, ਇਸ ਤਰ੍ਹਾਂ ਧੰਦਾ ਹੀ ਕਰਦਿਆਂ ਕਰਦਿਆਂ ਜੀਵਨ ਬਤੀਤ ਹੁੰਦਾ। ਧੰਦਾ ਕਰਤਿਆ ਨੇਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਕੇਵਲ ਧੰਦਾ ਹੀ ਮੁੱਖ ਰੱਖ ਲਿਆ। ਇੱਕ ਮੁੱਖ ਕੰਮ ਹੁੰਦਾ, ਇੱਕ ਗੌਣ ਕੰਮ ਹੁੰਦਾ। ਜਿਵੇਂ ਫਰਜ਼ ਕਰੋ ਬਈ ਸਵੇਰੇ ਉੱਠ ਕੇ ਜੱਟਾਂ ਨੇ ਕਣਕ ਵੱਢਣੀ ਹੋਏ ਅਤੇ ਪਹਿਲਾਂ ਜਿਹੜੇ ਪਸ਼ੂ ਰੱਖੇ ਹੋਏ ਨੇ ਉਹਨਾਂ ਵਾਸਤੇ ਪੱਠੇ ਬਰਸੀਮ ਆਦਿਕ ਵੱਢ ਕੇ ਉਹਨਾਂ ਦੇ ਵਾਸਤੇ ਸੁੱਟਿਆ ਜਾਏ ਘਰ। ਇਹ ਮੁੱਖ ਕੰਮ ਹੈ, ਕਿਉਂਕਿ ਉਹ ਦੁੱਧ ਨਹੀਂ ਦੇਣਗੇ, ਭੁੱਖੇ ਰਹਿਣਗੇ, ਪਸ਼ੂ ਬਿਮਾਰ ਪੈ ਜਾਣਗੇ। ਉਹ ਕੰਮ ਮੁੱਖ ਹੈ ਅਤੇ ਬਾਅਦ ਵਿੱਚ ਕਣਕ ਦੀ ਵਾਢੀ ਕਰਨੀ। ਸੋ ਇਸ ਪ੍ਰਕਾਰ ਸਾਡੇ ਮਨੁੱਖਾ ਦੇਹੀ ਦਾ ਮੁੱਖ ਪ੍ਰਯੋਜਨ ਤਾਂ ਵਾਹਿਗੁਰੂ ਦਾ ਸਿਮਰਨ ਹੈ, ਭਗਤੀ ਹੈ, ਬੰਦਗੀ ਹੈ। ਉਹ ਮੁੱਖ ਕੰਮ ਹੈ ਜਿਹੜਾ ਅਸੀਂ ਗੌਣ ਸਮਝਿਆ ਅਤੇ ਬੁੱਢੇ ਬਾਰੇ ਹੋ ਕੇ ਮਾਲਾ ਪਕੜ ਲਵਾਂਗੇ। ਅਤੇ ਮੁੱਖ ਕੰਮ ਸਮਝਿਆ ਆ ਧੰਦਾ, ਵੀ ਪਦਾਰਥ ਜਮ੍ਹਾਂ ਕਰ ਲਈਏ, ਹੁਣੇ ਹੀ ਵੇਲਾ ਹੈ, ਜਿੰਨੀ ਮਾਇਆ ਇਕੱਠੀ ਕੀਤੀ ਜਾਂਦੀ ਕਰ ਲਈਏ। ਸੋ ਹਜ਼ੂਰ ਕਹਿੰਦੇ ਨੇ ਧੰਦਾ ਕਰਤਿਆਂ ਅਨ ਦਿਨ ਵਿਹਾਨਾ। ਇਸ ਜੀਵ ਨੇ ਆਪਣੇ ਸਰੂਪ ਨੂੰ ਪਛਾਣਨ ਦਾ ਖਿਆਲ ਨਹੀਂ ਕੀਤਾ। ਕਦੇ ਫੁਰਨਾ ਨਹੀਂ ਫੁਰਿਆ, ਕਦੇ ਵਿਚਾਰ ਨਹੀਂ ਆਏ, ਖਿਆਲ ਨਹੀਂ ਆਏ ਮਨ 'ਚ ਕਿ ਮੈਂ ਕੀ ਹਾਂ, ਕਾਹਦੇ ਵਾਸਤੇ ਆਇਆ। ਅਤੇ ਇਸ ਤਰ੍ਹਾਂ ਧੰਦਾ ਕਰਦਿਆਂ ਹੋਇਆਂ ਹੀ, ਧੰਦਾ ਕਿਸੇ ਨਾ ਸਾਧਿਆ ਸਭ ਧੰਦਾ ਸਾਧੇ। ਧੰਦਾ ਕਿਸੇ ਦਾ ਪੂਰਾ ਨਹੀਂ ਹੋਇਆ। ਧੰਦਿਆਂ ਨੇ ਮਨੁੱਖ ਸਾਧ ਦਿੱਤੇ, ਮੁਕਾ ਦਿੱਤੇ, ਪਰ ਧੰਦਾ ਫਿਰ ਵੀ ਅਧੂਰਾ ਹੀ ਰਿਹਾ। ਇਸ ਤਰ੍ਹਾਂ ਧੰਦਾ ਕਰਦਿਆਂ ਕਜੀਆ ਪਵਾੜਾ ਗਲ 'ਚ ਪਿਆ ਹੋਇਆ ਇਹ ਫਾਹਾ, ਇਹ ਧੰਦਾ ਕਰਦਿਆਂ ਸਾਰੇ ਦਿਨ, ਹਰ ਰੋਜ਼, ਦਿਨ ਅਤੇ ਰਾਤ, ਸਾਰਾ ਸਮਾਂ ਵਿਹਾਨਾ ਗੁਜ਼ਰ ਗਿਆ, ਉਮਰ ਹੀ ਸਾਰੀ ਗੁਜ਼ਰ ਗਈ ਇਸ ਤਰ੍ਹਾਂ ਧੰਦਾ ਕਰਦੇ। ਫਿਰ ਮਹਾਰਾਜ ਕੀ ਕਰਨਾ ਚਾਹੀਦਾ? ਤਾਂ ਸਤਿਗੁਰੂ ਕਹਿੰਦੇ ਨੇ ਹਿਰਦੈ ਰਾਮ ਰਮਹੁ ਮੇਰੇ ਭਾਈ। ਸਾਰਿਆਂ ਜੀਆਂ ਨੂੰ ਆਪਣਾ ਭਾਈ ਕਹਿ ਰਹੇ ਨੇ ਸਤਿਗੁਰੂ। ਪਰਮੇਸ਼ਰ ਦੀ ਅੰਸ਼ ਹੋਣ ਕਰਕੇ ਸਤਿਗੁਰੂ ਸਭ ਨੂੰ ਕਹਿ ਰਹੇ ਨੇ, ਹੇ ਮੇਰੇ ਭਰਾਤਾ ਜੀ, ਆਪਣੇ ਹਿਰਦੇ ਦੇ ਅੰਦਰ ਰਾਮ ਪਰਮਾਤਮਾ ਨੂੰ ਰਮੋ ਉਚਾਰਨ ਕਰੋ। ਹਰ ਜਨ ਸਿਮਰੋ ਹਿਰਦੈ ਰਾਮ, ਹਰ ਜਨ ਕੋ ਅਪਦਾ ਨਿਕਟ ਨ ਆਵੈ, ਪੂਰਨ ਦਾਸ ਕੇ ਕਾਮ। ਹਿਰਦੇ ਦੇ ਅੰਦਰ ਰਾਮ ਪਰਮਾਤਮਾ ਦੇ ਨਾਮ ਨੂੰ ਰਮੋ ਉਚਾਰਨ ਕਰੋ। ਗੁਰਮੁਖ ਰਸਨਾ ਹਰ ਰਸਨ ਰਸਾਈ। ਜੋ ਗੁਰਾਂ ਦੇ ਸਨਮੁਖ ਹੋ ਕੇ ਰਸਨਾ ਦੁਆਰਾ ਵਾਹਿਗੁਰੂ ਦਾ ਨਾਮ ਜਪਦਾ
ਉਹਨੇ ਆਪਣੀ ਜਿਹੜੀ ਰਸਨਾ ਹੈ, ਜੀਭ ਹੈ, ਇਹ ਹਰੀ ਪਰਮਾਤਮਾ ਦੇ ਨਾਮ ਰਸ ਵਿੱਚ ਰਸੀਲੀ ਬਣਾ ਲਈ ਹੈ, ਰਸਾਲੀ ਹੈ, ਰਸ ਭਰਪੂਰ ਕਰ ਲਈ ਹੈ। ਵਾਹਿਗੁਰੂ ਦੇ ਨਾਮ ਰਸ ਨੂੰ ਉਸ ਦੀ ਰਸਨਾ ਨੇ ਚਖਿਆ ਹੈ। ਗੁਰਮੁਖ ਗੁਰਾਂ ਦੇ ਅਨੁਸਾਰੀ ਹੋ ਕੇ ਇਸ ਰਸਨਾ ਜੀਭ ਦੇ ਨਾਲ ਹਰੀ ਪਰਮਾਤਮਾ ਦੇ ਨਾਮ ਰਸ ਨੂੰ ਚਖੋ, ਰਸੀਲੀ ਬਣਾ ਲਓ ਇਹ ਰਸਨਾ। ਰਹਾਓ। ਗੁਰਮੁਖ ਹਿਰਦੈ ਜਿਨ ਰਾਮ ਪਛਾਤਾ, ਜਿਹੜਾ ਗੁਰਾਂ ਦੇ ਸਨਮੁਖ ਹੋ ਕੇ ਚੱਲਦਾ, ਮੁਖੀ ਗੁਰੂ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ, ਜਿਸ ਨੇ ਆਪਣੇ ਹਿਰਦੇ ਅੰਦਰ ਰਾਮ ਰਮਿਆ ਹੋਇਆ ਜੋ ਵਿਆਪਕ ਵਾਹਿਗੁਰੂ ਹੈ, ਉਸ ਨੂੰ ਪਛਾਤਾ ਭਾਵ ਉਹਦੀ ਮਹਿਮਾ ਨੂੰ ਜਾਣ ਲਿਆ ਅਤੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਮੰਨ ਲਿਆ ਭਈ ਰਾਮ ਪਰਮਾਤਮਾ ਸਾਰੇ ਵਿਆਪਕ ਹੈ, ਮੇਰੇ ਅੰਦਰ ਵੀ ਹੈ, ਹੋਰਨਾਂ ਦੇ ਅੰਦਰ ਵੀ। ਫਿਰ ਉਹ ਕੀ ਕਰਦਾ? ਰੱਬ ਨੂੰ ਦੂਰ ਨਹੀਂ ਜਾਣਦਾ। ਜਗਜੀਵਨ ਸੇਵ ਜੁਗ ਚਾਰੇ ਜਾਤਾ, ਜਗਤ ਨੂੰ ਜੀਵਨ ਦੇਣ ਵਾਲਾ ਜੋ ਵਾਹਿਗੁਰੂ ਹੈ, ਉਸ ਦੀ ਸੇਵਾ ਭਗਤੀ ਕਰਕੇ ਉਹ ਵਿਅਕਤੀ ਜੁਗ ਚਾਰੇ ਜਾਤਾ, ਸਾਰਿਆਂ ਸਮਿਆਂ 'ਚ, ਸਾਰੇ ਯੁੱਗਾਂ ਦੇ ਵਿੱਚ ਜਾਤਾ ਮੈਨੇ ਪ੍ਰਗਟ ਹੋਇਆ, ਪ੍ਰਸਿੱਧ ਹੋ ਗਿਆ। ਵਾਹਿਗੁਰੂ ਦਾ ਸਿਮਰਨ ਕਰਨ ਵਾਲਾ, ਜਿਵੇਂ ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਰਵਿਦਾਸ ਜੀ ਚਮਿਆਰ ਹੀ ਸਨ, ਹੋਰ ਵੀ ਬੜੇ ਚਮਿਆਰ, ਜੁੱਤੀਆਂ ਗੰਢਣ ਵਾਲੇ, ਚਮੜੇ ਦਾ ਕੰਮ ਕਰਨ ਵਾਲੇ ਹੋਏ ਆ ਦੁਨੀਆ 'ਤੇ, ਹੋਰ ਨਹੀਂ ਕਿਸੇ ਦਾ ਨਾਮ ਪ੍ਰਸਿੱਧ ਹੋਇਆ। ਧਰੂ ਜੀ, ਪ੍ਰਹਿਲਾਦ ਜੀ, ਕਿਉਂ ਅੱਜ ਵੀ ਜ਼ਿਕਰ ਹੁੰਦਾ, ਜਨਕ ਜੀ, ਰੁਕਮਾਂਗਦ ਜੀ, ਮਾਨ ਧਾਤਾ ਜੀ, ਜੋ ਵਾਹਿਗੁਰੂ ਦੇ ਭਗਤ ਹੋਏ ਨੇ, ਉਹਨਾਂ ਦੀ ਕਿਉਂ ਅੱਜ ਸ਼ੋਭਾ ਹੋ ਰਹੀ? ਵਾਹਿਗੁਰੂ ਦੇ ਨਾਮ ਕਰਕੇ। ਹਉਮੈ ਮਾਰ ਗੁਰ ਸ਼ਬਦ ਪਛਾਤਾ, ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਮਾਰ ਕੇ ਗੁਰੂ ਦੇ ਸ਼ਬਦ ਰਾਹੀਂ ਵਾਹਿਗੁਰੂ ਨੂੰ ਪਛਾਤਾ ਹੈ, ਪਛਾਣ ਲਿਆ ਹੈ ਕਿ ਸਰਬ ਵਿਆਪਕ ਵਾਹਿਗੁਰੂ, ਸਰਬ ਕਲਾ ਸਮਰੱਥ, ਸਭ ਕੁਛ ਕਰਦਾ ਕਰਾਉਂਦਾ ਉਹ ਹੀ ਹੈ। ਕਿਰਪਾ ਕਰੇ ਪ੍ਰਭ ਕਰਮ ਵਿਦਾਤਾ, ਤਾਂ ਜਿਹੜਾ ਕਰਮਾਂ ਦੇ ਅਨੁਸਾਰ ਫਲ ਦੇਣ ਵਾਲਾ, ਫਲ ਪ੍ਰਦਾਤਾ ਨਾ ਵਾਹਿਗੁਰੂ, ਉਹ ਆਪਣੀ ਕਿਰਪਾ ਕਰਦਾ ਹੈ। ਜਿਨ੍ਹਾਂ ਨੇ ਹਉਮੈ ਮਾਰ ਕੇ ਗੁਰੂ ਦੇ ਸ਼ਬਦ ਰਾਹੀਂ ਉਸ ਨੂੰ ਪਛਾਣ ਲਿਆ ਅਤੇ ਉਹਨਾਂ ਉੱਪਰ ਉਹ ਕਰਮ ਵਿਦਾਤਾ ਵਾਹਿਗੁਰੂ ਕਿਰਪਾ ਕਰਦਾ ਹੀ ਕਰਦਾ ਹੈ। ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਜਿਹੜੇ ਸਤਿਗੁਰਾਂ ਨੇ ਸ਼ਬਦ ਰਾਹੀਂ ਮਿਲਾ ਲਏ ਹਨ, ਜਾਂ ਜਿਹੜੇ ਵਾਹਿਗੁਰੂ ਨੇ ਗੁਰੂ ਮਹਾਰਾਜ ਨਾਲ ਜੋੜ ਕੇ ਗੁਰੂ ਦੇ ਪਾਸੋਂ ਸ਼ਬਦ ਉਪਦੇਸ਼ ਦਵਾ ਕੇ ਗੁਰੂ ਸ਼ਬਦ ਰਾਹੀਂ ਆਪਣੇ ਨਾਲ ਮਿਲਾ ਲਏ ਹਨ, ਉਹੀ ਵਾਹਿਗੁਰੂ ਦੇ ਸੱਚੇ ਭਗਤ ਨੇ। ਉਂਝ ਤਾਂ ਖਵਾਉਣ ਨੂੰ ਬਥੇਰੇ ਲੋਕ ਭਗਤ ਖਵਾਉਂਦੇ ਨੇ, ਅਸੀਂ ਜਨ ਹਾਂ, ਭਗਤ ਹਾਂ, ਸੰਤ ਹਾਂ, ਬ੍ਰਹਮ ਗਿਆਨੀ ਹਾਂ, ਬਲਕਿ ਗੁਰੂ ਵੀ ਬਣ ਕੇ ਬਹਿ ਗਏ, ਪਰ ਸਾਰੇ ਉਹ ਸੱਚੇ ਨਹੀਂ ਹੁੰਦੇ। ਜਿਵੇਂ ਫਰੀਦ ਨੇ ਕਿਹਾ, ਫਰੀਦਾ ਮੈਂ ਜਾਣਿਆ ਵੱਡ ਹੰਸ ਹੈ, ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ, ਜਨਮ ਨਾ ਭੇੜੀ ਅੰਗ। ਫਰੀਦਾ ਗੱਲੀ ਸੋ ਸੱਜਣ, 21 ਢੂੰਢੇਂਦੀ ਨਾ ਲਾਹਾਂ, ਧੁਖਾਂ ਜਿਉ ਮਾਲੀ, ਕਾਰਨ ਤਨਾ ਮਾ ਪਿਰੀ। ਇਹ ਮੇਰੇ ਪਿਆਰੇ, ਉਹਨਾਂ ਦੇ ਦਰਸ਼ਨਾਂ ਕਾਰਨ, ਦਰਸ਼ਨਾਂ ਵਾਸਤੇ ਮੈਂ ਇੰਝ ਚਿੰਤਾ 'ਚ ਪਿਆ ਧੁਖਦਾ ਹਾਂ, ਜਿਵੇਂ ਗਿੱਲੇ ਗੋਹੇ ਦਾ ਬੂਰਾ ਧੁਖਦਾ ਹੈ। ਗੱਲਾਂ ਬਾਤਾਂ ਨਾਲ ਤਾਂ 20 ਪਰਮਾਤਮਾ ਦੇ ਸੱਜਣ ਅਖਵਾਉਂਦੇ ਨੇ, ਪਰ ਜਦੋਂ ਖੋਜ ਭਾਲ ਕਰੀਏ ਚੰਗੀ ਤਰ੍ਹਾਂ ਇੱਕ ਵੀ ਪੂਰਾ ਨਹੀਂ ਲੱਭਦਾ। ਸੋ ਇਸ ਪ੍ਰਕਾਰ ਜਿਵੇਂ ਭੱਟਾਂ ਨੇ ਸਵਈਆਂ 'ਚ ਕਿਹਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਖਲੋ ਕੇ ਕਿ ਰਹਿਓ ਸੰਤ ਹਉ ਟੋਲ, ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਤਪਸੀ ਹੈ ਮੁਖੋ ਹੈ ਪੰਡਤ ਮਿੱਠੇ, ਬਰਸ ਏਕ ਹਉ ਫਿਰਿਓ ਕਿਨੈ ਨਾ ਪਰਚਉ ਲਾਇਓ, ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੈ ਲੱਗੇ, ਤਿਨਕੇ ਗੁਣ ਹਉ ਕਿਆ ਕਹਾਉ, ਗੁਰ ਦਈਏ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹੋ। ਹੁਣ ਮਹਾਰਾਜ ਤੁਸੀਂ ਮਿਲਿਓ, ਆਪਣੇ ਚਰਨਾਂ ਵਿੱਚੋਂ ਵਿਛੋੜਿਓ ਨਾ। ਜਿਵੇਂ ਜਿਸ ਹਾਲ ਵਿੱਚ ਵੀ ਸਾਨੂੰ ਰੱਖਣਾ ਆਪਣੇ ਚਰਨਾਂ 'ਚ ਰੱਖੋ। ਅਸੀਂ ਇੱਕ ਪੂਰਾ ਵਰ੍ਹਾ ਹਿੰਦੁਸਤਾਨ 'ਚ ਘੁੰਮਦੇ ਰਹੇ ਹਾਂ, ਸਾਨੂੰ ਕੋਈ ਰਹਿਣੀ ਵਾਲਾ ਨਹੀਂ ਮਿਲਿਆ, ਕਹਿਣੀ ਵਾਲੇ ਬਹੁਤ ਮਿਲੇ। ਸੋ ਇਸ ਪ੍ਰਕਾਰ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਉਹ ਸੱਚ ਸਰੂਪ ਵਾਹਿਗੁਰੂ ਦਾ ਰੂਪ ਹੀ ਹੋ ਗਏ, ਜਿਹੜੇ ਵਾਹਿਗੁਰੂ ਨੇ ਕਿਰਪਾ ਕਰਕੇ ਗੁਰਾਂ ਦੇ ਸ਼ਬਦ ਵਿੱਚ ਜੋੜੇ, ਗੁਰੂ ਦੇ ਸ਼ਬਦ ਰਾਹੀਂ ਆਪਣੇ ਨਾਲ ਮਿਲਾ ਲਏ। ਧਾਵਤ ਵਰਜੇ ਠਾਕ ਰਹਾਏ, ਜਿਹੜੀ ਉਹਨਾਂ ਦੇ ਮਨ ਦੀ ਦੌੜ ਭੱਜ ਸੀ ਨਾ ਧੰਦਿਆਂ ਵਿੱਚ, ਸੰਸਾਰ ਵਿੱਚ, ਉੱਧਰੋਂ ਵਾਹਿਗੁਰੂ ਨੇ ਵਰਜ ਲਿਆ, ਵਰਜ ਰੱਖੇ। ਠਾਕ ਰਹਾਏ, ਰੋਕ ਰੱਖੇ। ਜਿਹੜਾ ਮਨ ਦੌੜਦਾ ਸੀ ਸੰਸਾਰ ਵੱਲ, ਉੱਧਰੋਂ ਵਾਹਿਗੁਰੂ ਨੇ ਰੋਕ ਰੱਖਿਆ। ਧਾਵਤ ਦੌੜਦੇ ਭੱਜਦੇ ਮਨ ਨੂੰ ਵਰਜ ਲਿਆ, ਉਹਨਾਂ ਦੀ ਦੌੜ ਭੱਜ ਰੋਕ ਦਿੱਤੀ।
ਨਾਮ ਨਵਨਿਧ ਗੁਰ ਤੇ ਪਾਏ। ਜਿਹੜਾ ਨਾਮ ਹੈ ਇਹ ਹੀ ਨੌ ਨਿਧਾਂ 9 ਖਜ਼ਾਨੇ ਰੂਪ ਹੈ। ਇਹ ਗੁਰਾਂ ਦੁਆਰਾ ਹੀ ਪ੍ਰਾਪਤ ਕੀਤਾ ਜਾਂਦਾ, ਹੋਰ ਕਿਧਰੋਂ ਨਹੀਂ ਮਿਲਦਾ। ਹਰ ਕਿਰਪਾ ਤੇ ਹਰ ਵਸੈ ਮਨ ਆਏ। ਹਰੀ ਪ੍ਰਮਾਤਮਾ ਦੀ ਆਪਣੀ ਹੀ ਕਿਰਪਾ ਹੋਵੇ। ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਵਾਹਿਗੁਰੂ ਜੀ ਸਾਡੇ 'ਤੇ ਜਦੋਂ ਕਿਰਪਾ ਕਰਦੇ ਨੇ ਨਾ, ਉਦੋਂ ਹੀ ਹਰੀ ਵਾਹਿਗੁਰੂ ਦਾ ਨਾਮ ਪ੍ਰੇਮ ਯਾਦ ਮਨ ਵਿੱਚ ਆ ਕੇ ਵਸਦੀ ਹੈ। ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ। ਮਹਾਰਾਜ ਜੀ ਵਾਹਿਗੁਰੂ ਦਾ ਨਾਮ ਜਪਣ ਦਾ ਫਲ ਕੀ ਹੈ ਜੀ, ਮਿਲੇਗਾ ਕੀ? ਤਾਂ ਹਜ਼ੂਰ ਕਹਿੰਦੇ ਨੇ ਮੁਖ ਤੋਂ ਭਾਵਨਾ ਸਹਿਤ ਰਾਮ ਰਾਮ ਕਰਦਿਆਂ, ਉਚਾਰਨ ਕਰਦਿਆਂ ਹੋਇਆਂ ਸਾਨੂੰ ਸਰੀਰਕ ਤੌਰ 'ਤੇ ਵੀ ਸੁਖ ਪ੍ਰਾਪਤ ਹੁੰਦਾ ਅਤੇ ਸ਼ਾਂਤੀ ਪ੍ਰਾਪਤ ਹੁੰਦੀ। ਸਰੀਰ ਵੀ ਐਨ ਨਿਸਲ ਹੋ ਜਾਂਦਾ, ਸ਼ਾਂਤ ਰਹਿੰਦਾ ਹੈ। ਜਿਹੜਾ ਮਨ ਅੰਦਰੋਂ ਜਦੋਂ ਕ੍ਰੋਧ ਦੇ ਸਹਿਤ ਹੁੰਦਾ ਹੈ ਅਤੇ ਉਸ ਵੇਲੇ ਸਰੀਰ ਵੀ ਬਾਂਦਰ ਵਾਂਗ ਨਾਚ ਕਰਦਾ। ਸਾਰੇ ਜਿਹੜੇ ਅਸਰ ਹਨ ਸਰੀਰ 'ਤੇ ਪ੍ਰਗਟ ਹੁੰਦੇ ਨੇ। ਸੋ ਫਿਰ ਸ਼ਾਂਤੀ ਜਦੋਂ ਅੰਦਰ ਹੈ ਅਤੇ ਸਰੀਰ ਵੀ ਇੱਕ ਰਸ ਟਿਕਿਆ ਹੋਇਆ ਦਿਖਾਈ ਦਿੰਦਾ। ਸੋ ਇਸੇ ਤਰ੍ਹਾਂ ਅੰਦਰਲਾ ਜਿਹੜਾ ਸੁੱਖ ਹੈ ਉਹ ਮਸਤਕ ਤੋਂ ਪ੍ਰਗਟ ਹੁੰਦਾ ਹੈ। ਅੰਤਰ ਵਸੈ ਨਾ ਲਾਗੈ ਜਮ ਪੀਰ। ਜਿਹਦੇ ਅੰਦਰ ਰਾਮ ਰਾਮ ਵਸ ਜਾਂਦਾ ਹੈ। ਹਜ਼ੂਰ ਨੇ ਕਿਹਾ ਵੀ ਵਿਖਾਵੇ ਦੇ ਤੌਰ 'ਤੇ ਵੀ ਲੋਕ ਰਾਮ ਰਾਮ ਕਰਦੇ ਨੇ। ਰਾਮ ਰਾਮ ਸਭ ਕੋ ਕਹਿਆ ਰਾਮ ਨਾ ਹੋਏ। ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ। ਮੁਖੋਂ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੈ ਵਸਾਇਆ। ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤ ਤਨ ਪਾਇਆ। ਅੰਤਰ ਵਸੈ ਨਾ ਲਾਗੈ ਜਮ ਪੀਰ। ਜਿਹਦੇ ਅੰਦਰ ਰਾਮ ਰਾਮ ਵਸ ਜਾਂਦਾ ਹੈ ਉਹਨੂੰ ਜਮਾਂ ਦਾ ਦੁੱਖ ਨਹੀਂ ਲੱਗਦਾ। ਪੀਰ ਦਾ ਅਰਥ ਹੈ ਪੀੜਾ, ਤਕਲੀਫ, ਦਰਦ। ਜਮਾਂ ਦੀ ਦਰਦ ਨਹੀਂ ਸਹਿਣੀ ਪੈਂਦੀ। ਭਾਵ ਜਮਾਂ ਵੱਲੋਂ ਜਿਹੜੀ ਸਾਸਨਾ ਮਿਲਦੀ, ਤਾੜਨਾ ਮਿਲਦੀ ਹੈ, ਦੁੱਖ ਮਿਲਦਾ, ਉਹ ਨਹੀਂ ਚੱਲਣਾ ਪੈਂਦਾ। ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਆਪੇ ਸਾਹਿਬ ਆਪ ਵਜ਼ੀਰ। ਜਿਹਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਵਸਿਆ ਉਹਨੂੰ ਪਤਾ ਕਿ ਅਕਾਲ ਪੁਰਖ ਪਰਮਾਤਮਾ ਆਪ ਹੀ ਸਾਹਿਬ ਹੈ, ਯਾਨੀ ਕਿ ਪਾਤਸ਼ਾਹ ਹੈ, ਅਤੇ ਆਪ ਹੀ ਵਜ਼ੀਰ ਆ। ਵਜ਼ੀਰ ਹੁੰਦੇ ਨੇ ਸਲਾਹਾਂ ਦੇਣ ਵਾਸਤੇ। ਅਤੇ ਉਹ ਬੀਓ ਪੂਛ ਨਾ ਮਸਲਤ ਧਰੈ ਜੋ ਕਿਛ ਕਰੈ ਸੋ ਆਪੈ ਕਰੈ। ਉਹ ਪੂਛ ਨਾ ਕਿਸੈ ਕਰੈ ਵਿਚਾਰ। ਆਪਣੇ ਆਪ ਨੂੰ ਸਲਾਹ ਦੇਣ ਵਾਲਾ ਵਜ਼ੀਰ ਰੂਪ ਵੀ ਆਪ ਹੀ ਹੈ। ਉਹਨੂੰ ਕਿਸੇ ਵਜ਼ੀਰ ਦੀ ਲੋੜ ਨਹੀਂ ਹੈ। ਜਿਹੜੇ ਦੁਨਿਆਵੀ ਬਾਦਸ਼ਾਹ ਹਨ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ। ਸੋ ਉਹ ਏਡੇ ਜਿਹੜੇ ਸਿਆਣੇ ਨਹੀਂ ਹੁੰਦੇ, ਇਸ ਕਰਕੇ ਵਜ਼ੀਰ ਨਾਲ ਹੁੰਦੇ ਨੇ। ਉਹ ਵਜ਼ੀਰ ਸਲਾਹਾਂ ਦਿੰਦੇ ਨੇ ਵੀ ਆਹ ਗਲਤੀ ਨਾ ਕਰਿਓ, ਆਹ ਕੰਮ ਇੰਝ ਕਰੋ। ਪਰ ਵਾਹਿਗੁਰੂ ਵਾਸਤੇ ਕਿਸੇ ਵਜ਼ੀਰ ਦੀ ਜ਼ਰੂਰਤ ਨਹੀਂ। ਆਪ ਹੀ ਸਾਹਿਬ ਮਾਲਕ ਪਾਤਸ਼ਾਹ ਹੈ, ਆਪ ਖੁਦ ਹੀ ਵਜ਼ੀਰ ਹੈ। ਕਿਉਂਕਿ ਸਭਨਾਂ ਦੇ ਅੰਦਰ ਦੀਆਂ ਜਾਣਨ ਵਾਲਾ, ਸਾਰੀ ਸ੍ਰਿਸ਼ਟੀ ਬਾਰੇ ਤਾਂ ਗਿਆਨ ਹੈ ਵਾਹਿਗੁਰੂ ਨੂੰ। ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਹਜ਼ੂਰ ਕਹਿੰਦੇ ਨੇ ਸਤਿਗੁਰੂ ਅਮਰਦਾਸ ਕੇ ਭਾਈ ਸਦਾ ਵਾਸਤੇ ਐਸੇ ਵਾਹਿਗੁਰੂ ਦੀ ਭਗਤੀ ਕਰੋ, ਐਸੇ ਪ੍ਰਮਾਤਮਾ ਦਾ ਸਿਮਰਨ ਕਰੋ, ਉਹਦੀ ਸੇਵਾ ਕਰੋ ਜਿਹੜਾ ਹਰੀ ਦੁੱਖਾਂ ਦਾ ਹਾਰਕ, ਸ਼ੁਭ ਗੁਣਾਂ ਦੀ ਹਰਿਆਵਲਤਾ ਬਖਸ਼ਣ ਵਾਲਾ ਨਾ ਹਰੀ, ਜਿਹੜਾ ਗੁਣੀ ਗੁਣਾਂ ਦਾ ਗਹੀਰ ਖਜ਼ਾਨਾ ਹੈ, ਗੁਣਾਂ ਦਾ ਸਮੁਦਾਇ ਹੈ, ਗੁਣਤਾਸ ਹੈ, ਗੁਣਾਂ ਦਾ ਗਹੀਰ ਖਜ਼ਾਨਾ ਹੈ, ਗੁਣਾਂ ਦਾ ਸਮੁੰਦਰ ਵਰਗਾ ਉਹ ਖਜ਼ਾਨਾ ਹੈ, ਬਹੁਤ ਵੱਡਾ। ਸਾਰੇ ਗੁਣ ਜਿਹਦੇ ਪਾਸ ਮੌਜੂਦ ਹਨ। ਅਗਲਾ ਸ਼ਬਦ ਉਚਾਰਦੇ ਹਨ ਗੌੜੀ ਗਵਾਰੇਰੀ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਬਚਨ ਫਰਮਾਉਂਦੇ ਨੇ, ਸੋ ਕਿਉਂ ਵਿਸਰੈ ਜਿਸ ਕੇ ਜੀ ਪ੍ਰਾਨਾ। ਅਸੀਂ ਸੰਸਾਰੀਆਂ ਨੂੰ ਕਦੇ ਕਦਾਈ ਕਿਤੇ ਵਾਹਿਗੁਰੂ ਯਾਦ ਆਉਂਦਾ, ਪਰ ਹਜ਼ੂਰ ਕਹਿੰਦੇ ਉਹ ਤਾਂ ਵਿਸਰਨਾ ਹੀ ਨਹੀਂ ਚਾਹੀਦਾ। ਜੀਵ ਨੇ ਪਰਮਾਤਮਾ ਦੇ ਉਪਕਾਰਾਂ ਨੂੰ ਭੁਲਾਇਆ ਹੋਇਆ ਨਾ, ਅਹਿਸਾਨ ਫਰਾਮੋਸ਼ ਬਣ ਰਿਹਾ, ਅਕਿਰਤ ਕਣ ਬਣ ਰਿਹਾ। ਹੋਰ ਭਾਵੇਂ ਸਾਰੇ ਚੰਗੇ ਕੰਮ ਕਰੀਏ, ਸ਼ੁਭ ਗੁਣ ਧਾਰਨ ਕਰ ਲਈਏ, ਦਾਨ ਬੜਾ ਕਰੀਏ, ਬੁਰਾ ਕਰਮ ਵੀ ਕੋਈ ਨਾ ਕਰੀਏ, ਤਾਂ ਵੀ ਅਸੀਂ ਦੋਸ਼ੀ ਹਾਂ, ਤਾਂ ਵੀ ਪਾਪੀ ਹਾਂ, ਗੁਨਾਹਗਾਰ ਹਾਂ, ਜੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ। ਜਿਸ ਵਾਹਿਗੁਰੂ ਨੇ ਬੇਅੰਤ ਦਾਤਾਂ ਨਾਲ ਸਾਨੂੰ ਨਿਵਾਜਿਆ ਹੈ, ਉਸ ਵਾਹਿਗੁਰੂ ਦਾ ਤਾਂ ਸ਼ੁਕਰਾਨਾ ਹੀ ਕਰਨਾ ਬਣਦਾ ਹੈ। ਪਰ ਅਸੀਂ ਮਨੁੱਖ ਦਾ ਸੁਭਾਅ 10 ਵਸਤੂ ਲੈ ਪਾਸ਼ਾ ਪਾਵੈ, ਏਕ ਬਸਤ ਕਾਰਨ ਬੇਖੋਟ ਗਵਾਵੈ, ਏਕ ਭੀ ਨਾ ਦੇ 10 ਭੀ ਹਿਰਲੇ, ਤੋ ਮੂੜਾ ਕਹੋ ਕਹਾਂ ਕਰੇ, ਜਿਸ ਠਾਕੁਰ ਸੋ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰ। 10 ਵਸਤੂਆਂ ਰੱਬ ਦੀਆਂ ਦਿੱਤੀਆਂ ਪਿੱਛੇ ਪਾ ਦਿੰਦਾ ਮਨੁੱਖ, ਇੱਕ ਵਸਤੂ ਹੋਰ ਮੰਗਦਾ, ਜੇ ਨਹੀਂ ਛੇਤੀ ਨਾਲ ਮਿਲੀ ਤਾਂ ਭਰੋਸਾ ਹੀ ਗਵਾ ਦਿੰਦਾ ਵਾਹਿਗੁਰੂ ਤੋਂ।
ਐਸਾ ਸੁਭਾਅ ਹੈ ਸਾਡਾ ਸੰਸਾਰੀਆਂ ਦਾ। ਪਰ ਹਜ਼ੂਰ ਕਹਿੰਦੇ ਨੇ ਭਾਈ ਪਰਮਾਤਮਾ ਤਾਂ ਬਹੁਤ ਵੱਡਾ ਉਪਕਾਰੀ ਹੈ, ਉਹ ਕਿਉਂ ਭੁੱਲਣਾ ਚਾਹੀਦਾ, ਸੋ ਕਿਉਂ ਵਿਸਰੈ। ਜਿਵੇਂ ਸੁਖਮਨੀ ਸਾਹਿਬ ਵਿੱਚ ਹੀ ਬਚਨ ਆਉਂਦੇ ਹਨ, ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ, ਸੋ ਗੁਰ ਪ੍ਰਸਾਦ ਕੋ ਬਿਰਲਾ ਲਖੈ, ਸੋ ਕਿਉਂ ਬਿਸਰੈ ਜੇ ਬਿਖ ਤੇ ਕੱਢੈ, ਜਨਮ ਜਨਮ ਕਾ ਟੂਟਾ ਗੰਢੈ। ਸੋ ਇਸ ਪ੍ਰਕਾਰ ਵਾਹਿਗੁਰੂ ਪਰਮਾਤਮਾ ਵਿਸਰਨਾ ਨਹੀਂ ਚਾਹੀਦਾ। ਹਜ਼ੂਰ ਕਹਿੰਦੇ ਸੋ ਕਿਉਂ, ਕਿਉਂ ਕਿਵੇਂ, ਕਾਹਨੂੰ ਵਿਸਰਦਾ ਸਾਨੂੰ, ਜਿਸ ਕੇ ਜੀਵ ਪ੍ਰਾਣਾ। ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ, ਜੀਵ ਆਤਮਾ ਅੰਸ਼ ਵੀ ਉਸੇ ਨੇ ਵਿੱਚ ਪਾਈ ਹੈ ਨਾ, ਅਤੇ ਪ੍ਰਾਣ ਵੀ ਜਿਸ ਦੇ ਦਿੱਤੇ ਹੋਏ ਨੇ, ਵਾਹਿਗੁਰੂ ਦੇ ਹੁਕਮ ਨਾਲ ਹੀ ਪ੍ਰਾਣ ਚੱਲ ਰਹੇ ਨੇ। ਜੇ ਹੁਣੇ ਸਾਡੇ ਸਵਾਸ ਰੋਕ ਦੇ ਤਾਂ ਸਰੀਰ ਮੁਰਦਾ ਹੋ ਜਾਏਗਾ। ਸੋ ਇਹ ਪ੍ਰਾਣ ਅਸੀਂ ਆਪ ਨਹੀਂ ਪਾਏ ਸਰੀਰ ਅੰਦਰ, ਨਾ ਆਪਣਾ ਤਨ ਆਪ ਬਣਾਇਆ ਅਸੀਂ, ਸਾਡੀ ਹਿਕਮਤ ਨਾਲ ਨਹੀਂ ਇਹ ਬਣਿਆ, ਆਪਣੀ ਮਰਜ਼ੀ ਨਾਲ ਨਹੀਂ ਅਸੀਂ ਬਣੇ, ਨਾ ਸਰੀਰ ਆਪ ਬਣਾਇਆ, ਨਾ ਜਿੰਦ ਵਿੱਚ ਆਪ ਪਾਈ ਹੈ, ਨਾ ਸਵਾਸ ਸਾਡੀ ਮੁੱਠੀ ਵਿੱਚ ਨਾ ਹੈ। ਸਾਰਾ ਕੁਝ ਵਾਹਿਗੁਰੂ ਦਾ ਦਿੱਤਾ ਹੋਇਆ ਅਤੇ ਵਾਹਿਗੁਰੂ ਦੇ ਅਧੀਨ ਹੈ। ਸੋ ਇਸ ਪ੍ਰਕਾਰ ਜਿਵੇਂ ਕਿਹਾ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਜਿਸ ਨੇ ਬੇਅੰਤ ਦਾਤਾਂ ਨਾਲ ਸਾਨੂੰ ਨਿਵਾਜਿਆ, ਜਿਨ ਜੀਓ ਪਿੰਡ ਦਿੱਤਾ ਤਿਸ ਚੇਤੈ ਨਾ ਹੈ, ਮੜੀ ਮਸਾਣੀ ਮੂੜੇ ਜੋਗ ਨਾ ਹੈ। ਸੋ ਕਿਉਂ ਵਿਸਰੈ, ਭਾਈ ਉਹ ਕਿਉਂ ਵਿਸਰਦਾ ਤੈਨੂੰ, ਜਿਸ ਦੇ ਜੀ ਜਿੰਦ ਤੇ ਪ੍ਰਾਣ ਹਨ। ਸੋ ਕਿਉਂ ਵਿਸਰੈ ਸਭ ਮਾਹੇ ਸੁਮਨ, ਜਿਹੜਾ ਪਰਮਾਤਮਾ ਹੈ ਹੀ ਬੜਾ ਨਜ਼ਦੀਕ, ਸਭਨਾ ਜੀਆਂ ਵਿੱਚ ਹਰ ਆਪ, ਸੋ ਭਗਤਾਂ ਕਾ ਮਿੱਤ ਹਰ, ਸਭ ਕੋਈ ਹਰ ਕੈ ਵਸ। ਸੋ ਇਸ ਪ੍ਰਕਾਰ ਸੋ ਕਿਉਂ ਵਿਸਰੈ ਸਭ ਮਾਹੇ ਸੁਮਨ, ਜਿਹੜਾ ਸਾਰਿਆਂ ਵਿੱਚ ਹੀ ਸਮਾਇਆ ਹੋਇਆ ਵਾਹਿਗੁਰੂ, ਸਾਰਿਆਂ 'ਚ ਹੀ ਸਮਾਉਣ ਵਾਲਾ ਹੈ, ਐਸਾ ਪਰਮਾਤਮਾ ਕਿਉਂ ਵਿਸਰੇ ਸਾਨੂੰ। ਕਿਵੇਂ ਵੀ ਵਿਸਰਨਾ ਨਹੀਂ ਚਾਹੀਦਾ। ਜਿਤ ਸੇਵਿਆ ਦਰਗਹਿ ਪਤ ਪਰਵਾਨਾ, ਜਿਸ ਵਾਹਿਗੁਰੂ ਦਾ ਸਿਮਰਨ ਕਰਨ ਕਰਕੇ, ਜਿਸ ਪਰਮਾਤਮਾ ਦੀ ਭਗਤੀ 'ਚ ਲੀਨ ਹੋਣ ਕਰਕੇ ਵਾਹਿਗੁਰੂ ਦੀ ਦਰਗਾਹ ਵਿੱਚ ਪੱਤ ਲੈ ਕੇ ਜਾਈਦਾ। ਸਾਡੀ ਪੱਤ ਪ੍ਰਵਾਨ ਹੁੰਦੀ ਹੈ, ਪੱਤ ਇੱਜ਼ਤ ਸਹਿਤ ਪ੍ਰਵਾਨ ਹੋ ਜਾਈਦਾ ਵਾਹਿਗੁਰੂ ਦੇ ਦਰ 'ਤੇ, ਜਿਹਦਾ ਸਿਮਰਨ ਕਰਨ ਦੀ ਇਹ ਤਾਕਤ ਹੈ। ਵਾਹਿਗੁਰੂ ਦਾ ਜਿਹੜਾ ਸਿਮਰਨ ਹੈ, ਉਹ ਸਿਮਰਨ ਵਿੱਚ ਬੜੀ ਵੱਡੀ ਸ਼ਕਤੀ, ਬੜੀ ਤਾਕਤ ਹੈ, ਬੜਾ ਜ਼ੋਰ ਹੈ, ਬੜਾ ਪ੍ਰਤਾਪ ਹੈ ਸਿਮਰਨ ਦਾ। ਵਾਹਿਗੁਰੂ ਦੀ ਭਗਤੀ ਤੋਂ ਬਗੈਰ ਦਰਗਾਹ ਵਿੱਚ ਇੱਜ਼ਤ ਨਹੀਂ ਹੋਵੇਗੀ, ਜੀਵ ਕਬੂਲ ਨਹੀਂ ਪਏਗਾ। ਜਿਸ ਪਰਮਾਤਮਾ ਦੇ ਸਿਮਰਨ ਕਰਕੇ ਕੋਈ ਰਸਤੇ 'ਚ ਰੋਕ ਨਹੀਂ ਸਕਦਾ, ਕੋਈ ਠਾਕ ਨਹੀਂ ਸਕਦਾ। ਹਰ ਕੇ ਨਾਮ ਵਿਟਹੁ ਬਲ ਜਾਓ। ਇਸ ਕਰਕੇ ਹਜ਼ੂਰ ਕਹਿੰਦੇ ਨੇ ਭਾਈ ਮੈਂ ਤਾਂ ਵਾਹਿਗੁਰੂ ਪਰਮਾਤਮਾ ਦੇ ਨਾਮ ਵਿਟੋਂ ਉੱਪਰੋਂ ਨਾਮ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਤੂੰ ਵਿਸਰਹਿ ਤਦ ਹੀ ਮਰ ਜਾ। ਹੇ ਵਾਹਿਗੁਰੂ, ਜਦੋਂ ਤੂੰ ਵਿਸਰ ਜਾਂਦਾ ਹੈ ਉਸੇ ਵੇਲੇ ਹੀ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ, ਮੈਂ ਆਤਮਿਕ ਤੌਰ 'ਤੇ ਮਰ ਜਾਂਦਾ। ਇਹ ਨਹੀਂ ਵੀ ਜੇ ਵਾਹਿਗੁਰੂ ਵਿਸਰਦਾ ਤਾਂ ਅਸੀਂ ਸਰੀਰਕ ਤੌਰ 'ਤੇ ਮਰ ਜਾਂਦੇ, ਨਹੀਂ, ਸਾਰੀ ਦੁਨੀਆ ਨੂੰ ਪਰਮਾਤਮਾ ਵਿਸਰਿਆ ਹੈ, ਪਰ ਸਰੀਰਕ ਤੌਰ 'ਤੇ ਜਿਉਂਦੇ ਜਾਗਦੇ ਫਿਰਦੇ ਹਾਂ। ਪਰ ਇਸ ਜੀਵਨ ਨੂੰ ਸਤਿਗੁਰੂ ਨੇ ਜੀਵਨ ਨਹੀਂ ਮੰਨਿਆ। ਇਹ ਜੀਵਨ ਨਿਕੰਮਾ, ਹੋਸ਼ਾ, ਤੁਸ਼ ਐਵੇਂ ਜਿਹਾ ਹੀ ਹੈ। ਅਸਲੀ ਜੀਵਨ ਤਾਂ ਆਤਮਿਕ ਹੈ। ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ। ਤੂੰ ਵਿਸਰਹਿ ਤਦ ਹੀ ਮਰ ਜਾਓ। ਹੇ ਵਾਹਿਗੁਰੂ, ਜਦੋਂ ਵੀ ਕਿਤੇ ਤੂੰ ਵਿਸਰਦਾ ਉਸੇ ਵੇਲੇ ਮੇਰੀ ਮੌਤ ਹੋ ਜਾਂਦੀ ਹੈ। ਰਹਾਉ ਤਿਨ ਤੂੰ ਵਿਸਰ ਹੈ, ਜੇ ਤੁਧ ਆਪ ਭੁਲਾਏ। ਹੇ ਵਾਹਿਗੁਰੂ, ਉਹਨਾਂ ਜੀਆਂ ਨੂੰ ਤੂੰ ਵਿਸਰਦਾ ਹੈ, ਉਹਨਾਂ ਦੀ ਯਾਦ ਵਿੱਚੋਂ, ਸਿਮਰਤੀ 'ਚੋਂ, ਚੇਤੇ ਵਿੱਚੋਂ ਤੂੰ ਦੂਰ ਹੋ ਜਾਂਦਾ ਹੈ, ਜਿਨ੍ਹਾਂ ਨੂੰ ਤੂੰ ਆਪ ਭੁਲਾ ਦਿੱਤਾ, ਕੁਰਾਹੇ ਪਾ ਦਿੱਤਾ, ਰਸਤੇ 'ਚੋਂ ਭਟਕਾ ਦਿੱਤਾ, ਕਿਉਂਕਿ ਉਹ ਮਨਮੁਖ ਹਨ ਜਾਂ ਪੂਰਬਲੇ ਕਰਮ ਉਹਨਾਂ ਦੇ ਚੰਗੇ ਨਹੀਂ। ਤੇਰੀ ਉਹਨਾਂ 'ਤੇ ਖਾਸ ਨਜ਼ਰ ਨਹੀਂ, ਕਿਰਪਾ ਨਹੀਂ ਹੋਈ, ਅਤੇ ਇਸ ਕਰਕੇ ਉਹਨਾਂ ਨੂੰ ਤੂੰ ਵਿਸਰਿਆ ਹੈ। ਤਿੰਨ ਤੂੰ ਵਿਸਰ ਹੈ ਜੇ ਦੂਜਾ ਭਾਏ, ਉਹਨਾਂ ਨੂੰ ਤੂੰ ਹਿਰਦੇ ਵਿੱਚੋਂ ਵਿਸਰ ਜਾਂਦਾ। ਹੇ ਵਾਹਿਗੁਰੂ, ਜਿਹੜੇ ਸੰਸਾਰ ਦੇ ਪ੍ਰੇਮ ਵਿੱਚ ਲੱਗੇ ਹੋਏ ਨੇ, ਮਾਇਆ ਦੇ ਮੋਹ ਵਿੱਚ ਗਲਤਾਨ ਹਨ, ਤੈਨੂੰ ਭੁਲਾਇਆ ਹੋਇਆ ਉਹਨਾਂ ਨੇ, ਉਹਨਾਂ ਦੀ ਯਾਦ ਵਿੱਚੋਂ, ਸਿਮਰਤੀ ਵਿੱਚੋਂ, ਮਨ ਵਿੱਚੋਂ ਤੂੰ ਵਿਸਰ ਜਾਂਦਾ। ਮਨਮੁਖ ਅਗਿਆਨੀ ਜੋਨੀ ਪਾਏ, ਫਿਰ ਫਲ ਕੀ ਮਿਲਿਆ ਉਹਨਾਂ ਨੂੰ? ਉਹ ਮਨ ਦੇ ਪਿੱਛੇ ਲੱਗਣ ਵਾਲੇ ਅਗਿਆਨੀ, ਗਿਆਨ ਤੋਂ ਸਖਣੇ ਬੇਸਮਝ,
ਉਹਨਾਂ ਨੂੰ ਫਿਰ ਟੇਢੀਆਂ ਮੇਢੀਆਂ ਜੂਨਾਂ ਵਿੱਚ ਵਾਹਿਗੁਰੂ ਜੀ ਤੁਸੀਂ ਪਾਉਂਦੇ ਹੋ। ਮਨਮੁਖ ਹਨ, ਅਗਿਆਨੀ ਹਨ, ਇਸ ਕਰਕੇ ਤੁਸੀਂ ਜੂਨੀਆਂ 'ਚ ਪਾਏ ਹੋਏ ਨੇ। ਕਦੇ ਕਿਸੇ ਜੂਨ 'ਚ, ਕਦੇ ਕਿਸੇ ਜੂਨ 'ਚ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ। ਹਜ਼ੂਰ ਹੁਣ ਫਰਮਾ ਰਹੇ ਨੇ ਕਿ ਜਿਨ੍ਹਾਂ ਦੇ ਉੱਪਰ ਪਰਮਾਤਮਾ ਚੰਗੀ ਤਰ੍ਹਾਂ ਭਲੀ ਪ੍ਰਕਾਰ ਤੁਠਾ ਹੈ, ਜਿਨ ਇੱਕ ਮਨ, ਇੱਕੋ ਇੱਕ ਪਰਮਾਤਮਾ ਆਪਣੇ ਮਨ ਦੁਆਰਾ ਭਾਵ ਦਿਲੋਂ ਅੰਦਰੋਂ ਜਿਨ੍ਹਾਂ ਤੇ ਤੁਠਾ ਪ੍ਰਸੰਨ ਹੋਇਆ, ਸੇ ਸਤਿਗੁਰ ਸੇਵਾ ਲਾਏ। ਇਹ ਵਾਹਿਗੁਰੂ ਦੀ ਪ੍ਰਸੰਨਤਾ ਦੀ ਨਿਸ਼ਾਨੀ ਹੈ ਕਿ ਉਹਨਾਂ ਨੂੰ ਸਤਿਗੁਰਾਂ ਦੀ ਸੇਵਾ 'ਚ ਉਸਨੇ ਲਾਇਆ ਹੋਇਆ। ਜਿਨ ਇੱਕ ਮਨ ਤੁਠਾ ਤਿਨ ਹਰ ਮਨ ਵਸਾਏ। ਜਿਨ੍ਹਾਂ ਦੇ ਤਾਈਂ ਪਰਮਾਤਮਾ ਚੰਗੀ ਤਰ੍ਹਾਂ ਭਲੀ ਪ੍ਰਕਾਰ ਤੁਠਾ ਪ੍ਰਸੰਨ ਹੋਇਆ ਹੈ, ਤਿਨਾਂ ਨੇ ਹਰੀ ਪਰਮਾਤਮਾ ਨੂੰ ਮਨ 'ਚ ਮੰਨ ਲਿਆ ਹੈ ਅਤੇ ਮਨ ਵਿੱਚ ਮੰਨ ਕੇ ਮਨ 'ਚ ਵਸਾਇਆ ਹੋਇਆ ਹੈ। ਗੁਰਮਤੀ ਹਰ ਨਾਮ ਸਮਾਏ। ਇਹ ਵਾਹਿਗੁਰੂ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ ਕਿ ਉਹਨਾਂ ਨੇ ਗੁਰਾਂ ਦੇ ਪਾਸੋਂ ਮੱਤ ਲਈ ਹੈ। ਗੁਰਮਤੀਏ ਬਣੇ ਹਨ ਅਤੇ ਗੁਰਮਤੀਏ ਹਰੀ ਨਾਮ ਵਿੱਚ ਹੀ ਸਮਾਏ ਰਹਿੰਦੇ ਹਨ, ਤਦਾਕਾਰ ਹੋ ਗਏ ਹਨ, ਜਾਂ ਨਾਮ ਦੁਆਰਾ ਨਾਮੀ ਪਰਮਾਤਮਾ ਵਿੱਚ ਹੀ ਸਮਾ ਗਏ। ਜਿਨ੍ਹਾਂ ਪੋਤੈ ਪੁੰਨ ਸੇ ਗਿਆਨ ਵਿਚਾਰੀ। ਪੋਤਿਆ ਦਾ ਅਰਥ ਹੈ ਪੱਲੇ। ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਦੇ ਅੰਦਰ ਪੂਰਬਲੇ ਜਨਮਾਂ ਦੇ ਨਿਸ਼ਕਾਮ ਕਰਮ, ਪੁੰਨ ਕਰਮ ਹਨ। ਪੁੰਨ ਦਾ ਅਰਥ ਹੈ ਪਵਿੱਤਰ, ਸਾਫ ਸੁਥਰੇ ਭਲੇ ਕਰਮ ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ 'ਚ ਹਨ, ਸੰਸਕਾਰ ਬਣੇ ਹੋਏ ਨੇ। ਸੇ ਗਿਆਨ ਵਿਚਾਰੀ, ਉਹੀ ਗਿਆਨ ਨੂੰ ਵਿਚਾਰਨ ਵਾਲੇ ਹੁੰਦੇ ਨੇ, ਰੱਬੀ ਗਿਆਨ ਨੂੰ, ਪਰਮਾਤਮਾ ਦੇ ਆਤਮਾ, ਪਰਮਾਤਮਾ ਦੇ ਅਧਿਆਤਮ ਗਿਆਨ ਨੂੰ ਵਿਚਾਰਨ ਵਾਲੇ ਉਹੀ ਬਣਦੇ ਨੇ। ਜਿਨ੍ਹਾਂ ਪੋਤਾ ਪੁੰਨ ਤਨ ਹਉਮੈ ਮਾਰੀ। ਜਿਨ੍ਹਾਂ ਦੇ ਪੋਤਾ ਨਾਮ ਖਜ਼ਾਨੇ ਦਾ ਵੀ ਹੈ। ਜਿਨ੍ਹਾਂ ਦੇ ਹਿਰਦੇ ਰੂਪੀ ਖਜ਼ਾਨੇ 'ਚ ਪੁੰਨ ਹਨ ਜਮ੍ਹਾਂ ਹੋਏ ਹੋਏ, ਤਨ ਹਉਮੈ ਮਾਰੀ। ਉਹਨਾਂ ਨੇ ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਅੰਦਰੋਂ ਹਉਮੈ ਨੂੰ ਮਾਰ ਲਿਆ ਹੈ। ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਨਾਮ ਵਿੱਚ ਰੱਤੇ ਰੰਗੇ ਹੋਏ ਨੇ, ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹ ਗਿਆ ਹੈ, ਉਹਨਾਂ ਤੋਂ ਤਾਂ ਅਸੀਂ ਵੀ ਬਲਿਹਾਰ ਸਦਕੇ ਕੁਰਬਾਨ ਜਾਂਦੇ ਹਾਂ। ਹੁਣ ਅਗਲਾ ਸ਼ਬਦ ਉਚਾਰਦੇ ਹਨ ਸਤਿਗੁਰੂ ਜੀ। ਗੌੜੀ ਗਵਾਰੇਰੀ ਮਹੱਲਾ ਤੀਜਾ। ਤੂੰ ਅਕਥ ਕਿਉਂ ਕਥਿਆ ਜਾਹੇ। ਵਾਹਿਗੁਰੂ ਦੇ ਸਨਮੁਖ ਬਚਨ ਹੈ ਕਿ ਹੇ ਵਾਹਿਗੁਰੂ, ਤੂੰ ਤਾਂ ਅਕਥ ਹੈ। ਅਕਥ ਦਾ ਮਤਲਬ ਜਿਹਦਾ ਪੂਰਨ ਕਥਨ ਹੋ ਨਹੀਂ ਸਕਦਾ, ਜੋ ਕਥਨੀ ਵਿੱਚ ਆ ਹੀ ਨਹੀਂ ਸਕਦਾ, ਤਾਂ ਉਸ ਨੂੰ ਅਗੰਮ ਵੀ ਕਿਹਾ। ਨਾ ਤਾਂ ਮੁੱਖ ਤੋਂ ਬੋਲ ਬੋਲ ਕੇ ਅਸੀਂ ਉਹਦੇ ਤੱਕ ਗਮਤਾ ਪ੍ਰਾਪਤ ਕਰ ਸਕਦੇ ਹਾਂ, ਰੱਬ ਤੱਕ ਪੂਰਨ ਪਹੁੰਚ, ਨਾ ਨੇਤਰਾਂ ਦੀ ਹੱਦ ਵਿੱਚ ਆ ਸਕਦਾ ਵਾਹਿਗੁਰੂ, ਨਾ ਕੰਨਾਂ ਨਾਲ ਸੁਣ ਸੁਣ ਕੇ ਅੰਤ ਪਾਇਆ ਜਾ ਸਕਦਾ। ਜਿਵੇਂ ਕਬੀਰ ਜੀ ਨੇ ਕਿਹਾ ਹੈ, ਕਬੀਰ ਜੀ ਕਹਿੰਦੇ, ਕਬੀਰ ਸਾਤ ਸਮੁੰਦਾ ਮਸ ਕਰੋ ਕਲਮ ਕਰੋ ਬੰਦਰਾਏ, ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ। ਅਕਥ ਹੋਇਆ ਨਾ ਵਾਹਿਗੁਰੂ, ਕਹਿੰਦੇ ਸੱਤਾਂ ਸਮੁੰਦਰਾਂ ਨੂੰ ਸ਼ਾਹੀ ਬਣਾ ਲਈਏ ਅਤੇ ਸਾਰੀ ਜਿਹੜੀ 18 ਭਾਰ ਬਨਸਪਤੀ ਹੈ ਇਹ ਕੱਟ ਕੱਟ ਕੇ ਕਲਮਾਂ ਬਣਾ ਲਈਏ, ਸਾਰੀ ਧਰਤੀ ਨੂੰ ਹੀ ਕਹਿੰਦੇ ਕਾਗਜ਼ ਬਣਾ ਲਈਏ, ਅਤੇ ਤਾਂ ਵੀ ਵਾਹਿਗੁਰੂ ਦਾ ਜਸ ਐਡਾ ਵੱਡਾ ਨਹੀਂ ਲਿਖਿਆ ਜਾ ਸਕਦਾ। ਹਜ਼ੂਰ ਦਸਮ ਪਾਤਸ਼ਾਹ ਨੇ ਵੀ ਬਚਨ ਕੀਤਾ ਹੈ ਕਿ ਕਾਗਦ ਦੀਪ ਸਭੈ ਕਰਕੇ। ਜਿੰਨੀ ਸਮੁੰਦਰਾਂ 'ਚ ਘਿਰੀ ਹੋਈ ਧਰਤੀ ਹੈ ਨਾ, ਦੀਪ ਬਣੇ ਹੋਏ ਟਾਪੂ ਸਾਰੇ ਹੀ ਕਾਗਜ਼ ਬਣਾ ਲਈ। ਔਰ ਸਾਤ ਸਮੁੰਦਰਨ ਕੀ ਮਸ ਕਹਿ ਹੋ। ਸੱਤਾਂ ਸਮੁੰਦਰਾਂ ਦੇ ਵਿੱਚ ਲੋਕਾਂ ਲੋਕ ਪਰਬਤ ਸੁੱਟ ਕੇ ਘੋਲ ਕੇ ਸ਼ਾਹੀ ਬਣਾ ਲਈਏ, ਸੱਤਾਂ ਹੀ ਸਮੁੰਦਰਾਂ ਦੇ ਪਾਣੀ ਨੂੰ ਸ਼ਾਹੀ ਬਣਾ ਲਈਏ। ਕਾਟ ਬਨਸਪਤੀ ਸਿਗਰੀ ਲਿਖਵੇ ਹੂੰ ਕਿ ਲੇਖਣ ਕਾਜ ਬਨੈ ਹੋ। ਸਾਰੀ ਬਨਸਪਤੀ ਕੱਟ ਕੱਟ ਕੇ ਲਿਖਣ ਵਾਸਤੇ ਕਲਮਾਂ ਬਣਾ ਲਈਏ। ਸਾਰ ਸੁਤੀ ਬਖਤਾ ਕਰਕੇ ਜੁਗਕੂਟ ਗਣੇਸ਼ ਕੇ ਹੱਥ ਲਿਖਿਆ ਹੋ। ਵਿਦਵਾਨਾਂ ਨੇ ਕਲਪਨਾ ਕੀਤੀ ਕਿ ਇੱਕ ਸਰਸਤੀ ਦੇਵੀ ਹੈ, ਜਿਹਦੀ ਜ਼ੁਬਾਨ 'ਤੇ ਉਹਦਾ ਵਾਸਾ ਹੋ ਜਾਏ, ਉਹਨੂੰ ਵਿੱਦਿਆ ਬੜੀ ਫੁਰਦੀ, ਕਵਿਤਾ ਬੜੀ ਫੁਰਦੀ, ਬੜਾ ਵਿਦਵਾਨ ਬਣ ਜਾਂਦਾ। ਇਹ ਇੱਕ ਕਲਪਨਾ ਹੈ। ਅਤੇ ਹਜ਼ੂਰ ਕਲਗੀਧਰ ਕਹਿੰਦੇ, ਜੇ ਮੰਨ ਲਓ ਵੀ ਇੱਕ ਸਰਸਤੀ ਦੇਵੀ ਹੈ, ਅਤੇ ਅਸੀਂ ਕਹਿੰਦੇ ਵੀ ਕਰੋੜਾਂ ਹੀ ਸਰਸਤੀਆਂ ਦੇਵੀਆਂ ਦਾ ਰੂਪ ਧਾਰ ਲੈਣ, ਕਰੋੜਾਂ ਸਰਸਤੀਆਂ ਦੇਵੀਆਂ ਰੂਪ ਧਾਰ ਕੇ ਆ ਜਾਣ, ਅਤੇ ਜੁਗ ਕੋਟ ਗਣੇਸ਼ ਕੇ ਹੱਥ ਲਿਖਿਆ ਹੋ। ਸਨਾਤਨੀ ਵੀਰਾਂ ਨੇ ਗਣੇਸ਼ ਨੂੰ ਬੜਾ ਵੱਡਾ ਲਿਖਾਰੀ ਮੰਨਿਆ ਹੈ। ਕਹਿੰਦੇ ਵੀ ਜੁਗ ਕੋਟ, ਕਰੋੜਾਂ ਕਰੋੜਾਂ
ਗਣੇਸ਼ ਰੂਪ ਧਾਰ ਲੈਣ ਵਾਹਿਗੁਰੂ ਦੇ ਜਸ ਨੂੰ ਲਿਖਣ ਵਾਸਤੇ। ਕਾਲ ਕਿਰਪਾਨ ਬਿਨਾ ਬਿਨਤੀ ਨਾ ਤਉ ਤੁਮ ਕੋ ਪ੍ਰਭ ਨੈ ਕਰ ਜਾਇਓ। ਹੇ ਕਾਲ ਦਾ ਵੀ ਕਾਲ ਕਰਨ ਵਾਲੇ, ਹੇ ਕਿਰਪਾਨ ਖੜਗ ਧਾਰੀ ਵਾਹਿਗੁਰੂ, ਜੋ ਮਰਜ਼ੀ ਲਿਖੀ ਜਾਈਏ ਬੋਲੀ ਜਾਈਏ ਤਾਂ ਵੀ ਤੈਨੂੰ ਪ੍ਰਸੰਨ ਅਸੀਂ ਇੰਜ ਨਹੀਂ ਕਰ ਸਕਦੇ। ਬੇਨਤੀ ਕੀਤੀ ਤੋਂ ਬਗੈਰ ਤੈਨੂੰ ਕੋਈ ਰਜਾ ਨਹੀਂ ਸਕਦਾ। ਬੇਨਤੀ ਕਰੇ ਸ਼ਰਨ 'ਚ ਪਏ ਤੇ ਤੂੰ ਪਤਾ ਨਹੀਂ ਕਿਹਦੇ ਤਰੀਜ ਪੈਣਾ, ਪ੍ਰਸੰਨ ਹੋ ਜਾਣਾ ਜੋ ਆਪਾਂ ਗਵਾ ਲਏ। ਸੋ ਇਸ ਵਾਸਤੇ ਵਾਹਿਗੁਰੂ ਅਕਥ ਹੀ ਰਹੇਗਾ। ਸਵਾਲ ਉੱਠਦਾ ਹੈ ਵੀ ਫਿਰ ਕਥਨ ਕਿਉਂ ਕੀਤਾ ਗਿਆ, ਗ੍ਰੰਥ ਕਿਉਂ ਰਚੇ ਗਏ? ਤਾਂ ਰਚੇ ਗਏ ਵਾਹਿਗੁਰੂ ਦੀ ਕਥਨੀ ਕੋਈ ਭਾਵਨਾ ਸਹਿਤ ਕਰੇ ਤੇ ਉਹ ਵਾਹਿਗੁਰੂ ਦਾ ਰੂਪ ਬਣ ਜਾਂਦਾ। ਕਥਨੀ ਭਾਵਨਾ ਸਹਿਤ ਕਰੇ ਤੇ ਉਹ ਕਥਨੀ ਅੰਦਰ ਵਸ ਜਾਏ, ਵਾਹਿਗੁਰੂ ਦਾ ਗੀਤ ਬਣ ਜਾਏ, ਜਸ ਬਣ ਜਾਏ, ਅੰਦਰ ਵਸ ਜਾਏ ਤੇ ਫਿਰ ਉਹਦੇ ਵਿੱਚੋਂ ਵੀ ਔਗੁਣ ਵਕਾਰ ਦੋਸ਼ ਨਿਕਲਦੇ, ਪਰਮਾਤਮਾ ਵਾਲੇ ਗੁਣ ਆ ਜਾਂਦੇ ਨੇ। ਕਿਉਂਕਿ ਜੈਸਾ ਸੇਵਾ ਤੈਸੋ ਹੋਏ, ਹੰਗਤਾ ਮੁੱਕ ਜਾਂਦੀ ਹੈ ਤੇ ਪਰਮਾਤਮਾ ਨੂੰ ਜੀਵ ਪਸੰਦ ਆ ਜਾਂਦਾ। ਇਸ ਕਰਕੇ ਵਾਹਿਗੁਰੂ ਦੀ ਕਥਨੀ ਬਹੁਤ ਚੰਗੀ ਹੈ, ਪਰ ਜੇ ਕੋਈ ਕਵੇ ਕਿ ਫਲਾਣੇ ਨੇ ਪੂਰਾ ਕਥਨ ਕਰ ਲਿਆ, ਇਹ ਗੱਲ ਨਹੀਂ ਹੈ। ਬ੍ਰਹਮਾ ਵਰਗੇ ਹੋਏ ਜਾਂ ਹੋਰ ਹੋਏ, ਬਿਆਸ ਰਿਖੀ ਜੀ ਵਰਗੇ 6 ਸ਼ਾਸਤਰਾਂ ਨੂੰ ਰਚਣ ਵਾਲੇ ਹੋਏ, 18 ਪੁਰਾਣਾਂ ਨੂੰ, ਕੋਈ ਵੀ ਪਰਮਾਤਮਾ ਨੂੰ ਪੂਰਨ ਤੌਰ 'ਤੇ ਕਥਨ ਨਹੀਂ ਕਰ ਸਕਿਆ। ਹੇ ਵਾਹਿਗੁਰੂ ਤੂੰ ਅਕਥ ਹੈ, ਕਿਵੇਂ ਕਥਿਆ ਜਾ ਸਕਦਾ ਤੂੰ? ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ। ਜਿਹੜਾ ਗੁਰੂ ਦਾ ਸ਼ਬਦ ਹੈ ਇਹ ਮਾਰਨ ਮਸਾਲਾ ਰੂਪ ਹੈ, ਹੰਗਤਾ ਨੂੰ ਮਾਰਨ ਵਾਸਤੇ। ਤੇ ਗੁਰੂ ਦੇ ਸ਼ਬਦ ਰੂਪੀ ਮਾਰਨ ਜਿਹੜਾ ਮਸਾਲਾ ਹੈ, ਇਹਦੇ ਰਾਹੀਂ ਮਨ ਵਿੱਚ ਹੀ ਸਮਾ ਜਾਂਦਾ ਜੀ। ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ। ਗੁਰੂ ਦਾ ਸ਼ਬਦ ਮਸਾਲਾ ਹੈ ਹੰਕਾਰ ਨੂੰ ਮਾਰਨ ਵਾਸਤੇ। ਤੇ ਇਸ ਮਾਰਨ ਮਸਾਲਾ ਜਿਹੜਾ ਜਿਹਦੇ ਮਨ 'ਚ ਸਮਾ ਜਾਏ, ਉਹ ਤੇਰੇ ਨਜ਼ਦੀਕ ਹੋ ਜਾਏਗਾ। ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ। ਹੇ ਵਾਹਿਗੁਰੂ ਜੀ ਤੁਹਾਡੇ ਗੁਣ ਅਨੇਕਾਂ ਹੀ ਨੇ, ਬੇਅੰਤ ਗੁਣ ਹਨ। ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ। ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ। ਬੇਅੰਤ ਸੁਆਮੀ ਤਿਰਵੰਤ ਨ ਕਿਨਹੀ ਲਹੀਐ। ਤੇਰੇ ਗੁਣ ਅਨੇਕਾਂ ਹਨ ਵਾਹਿਗੁਰੂ, ਕਿਸੇ ਦੇ ਪਾਸੋਂ ਤੇਰੀ ਕੀਮਤ ਨਹੀਂ ਪੈ ਸਕਦੀ। ਕੋਈ ਕੀਮਤ ਨਹੀਂ ਪਾ ਸਕਦਾ ਕਿ ਇੰਨਾ ਦਾਨ ਕਰਨ ਨਾਲ ਵਾਹਿਗੁਰੂ ਮਿਲ ਪਏਗਾ, ਇੰਨੀ ਵਸਤੂ ਭੇਟਾ ਕਰਨ ਨਾਲ ਮਿਲ ਪਏਗਾ, ਇੰਨਾ ਜਪ ਤਪ ਕਰਨ ਨਾਲ ਮਿਲ ਸਕਦਾ, ਆਹ ਕਰਨ ਨਾਲ ਮਿਲ ਸਕਦਾ। ਨਹੀਂ, ਇਹ ਤਾਂ ਫਿਰ ਕੀਮਤ ਪੈ ਗਈ। ਤੂੰ ਅੰਦਰ ਦੀ ਭਾਵਨਾ ਸਹਿਤ ਪ੍ਰਾਪਤ ਹੁੰਦਾ, ਕੀਮਤ ਨਹੀਂ ਕੋਈ ਪਾ ਸਕਦਾ। ਜਿਸ ਕੀ ਬਾਣੀ ਤਿਸ ਮਾਹੇ ਸਮਾਣੀ। ਜਿਸ ਪਰਮਾਤਮਾ ਦੀ ਬਾਣੀ ਹੈ, ਬਾਣੀ ਬਚਨ, ਜਿਸ ਪਰਮਾਤਮਾ ਦੀ ਬਾਣੀ ਹੈ, ਬਚਨ ਹਨ, ਤੇ ਸਮਾਹੇ ਸਮਾਣੀ, ਇਹ ਬਾਣੀ ਉਸ ਵਿੱਚ ਹੀ ਸਮਾਈ ਹੋਈ ਹੈ। ਤਾਂ ਹੀ ਕਿਹਾ ਨਾ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨ ਕੋਈ। ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ। ਤੇਰੀ ਕਥਾ ਤਾਂ ਅਕਾਥੀ ਹੈ ਵਾਹਿਗੁਰੂ, ਪਰ ਗੁਰੂ ਸ਼ਬਦ ਦੁਆਰਾ ਵਖਾਣੀ ਕਥਨ ਕੀਤੀ ਜਾਂਦੀ ਹੈ। ਇੱਕ ਤਾਂ ਅਰਥ ਇਹ ਹੈ ਤੇ ਗੁਰੂ ਨੇ ਸ਼ਬਦ ਰਾਹੀਂ ਵਖਾਣੀ ਇਹ ਕਥਨੀ ਕੀਤੀ ਹੈ ਕਿ ਤੇਰੀ ਕਥਾ ਅਕਥ ਹੈ। ਦੂਸਰਾ, ਤੇਰੀ ਅਕਥ ਕਥਾ ਹੈ ਨਾ ਮੁੱਕਣ ਵਾਲੀ, ਪਰ ਗੁਰੂ ਮਹਾਰਾਜ ਦੇ ਸ਼ਬਦ ਰਾਹੀਂ ਵਖਾਣੀ ਕਥਨ ਕੀਤੀ ਜਾਂਦੀ ਹੈ। ਕੁਛ ਰਹਾਓ, ਜਹ ਸਤਿਗੁਰ ਤਹ ਸਤ ਸੰਗਤ ਬਣਾਏ। ਜਿੱਥੇ ਸਤਿਗੁਰੂ ਮੌਜੂਦ ਹਨ ਉੱਥੇ ਸਤ ਸੰਗਤ ਕਾਇਮ ਕਰ ਦਿੱਤੀ ਸਤਿਗੁਰਾਂ, ਕਿਉਂਕਿ ਆਪ ਬਾਣੀ ਰੂਪ ਹਨ, ਵਾਹਿਗੁਰੂ ਵਿੱਚ ਅਭੇਦ ਹਨ। ਉੱਥੇ ਸੱਚ ਹੈ ਨਾ ਸਤਿਗੁਰਾਂ ਦੇ ਪਾਸ। ਜਿੱਥੇ ਸੱਚਾ ਗੁਰੂ ਹੈ ਉੱਥੇ ਸਤ ਸੰਗਤ ਹੈ। ਜਹ ਸਤਿਗੁਰ ਸਹਿਜੇ ਹਰ ਗੁਣ ਗਾਏ। ਜਿੱਥੇ ਸਤਿਗੁਰੂ ਜੀ ਮਹਾਰਾਜ ਨੇ ਚਰਨ ਪਾਏ, ਜਿੱਥੇ ਬੈਠੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਸਾ ਧਰਤੀ ਪਈ ਹਰੀਆਵਲੇ। ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰੀਆਵਲੇ। ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੇ ਸਤਿਗੁਰੂ ਜੀ ਹੋਣਗੇ ਉੱਥੇ ਸਹਿਜੇ ਸੁਤੇ ਸਿੱਧ ਹੀ ਹਰੀ ਪਰਮਾਤਮਾ ਦੇ ਗੁਣ ਗਾਏ ਜਾਣਗੇ। ਇਹ ਪ੍ਰਤਾਪ ਹੈ ਸਤਿਗੁਰਾਂ ਦਾ। ਜਿੱਥੇ ਸੱਚਾ ਗੁਰੂ ਹੈ ਉੱਥੇ ਸਹਿਜ ਸੁਭਾਵਿਕ ਹੀ ਸਹਿਜੇ ਟਿਕਾ ਵਿੱਚ ਮਾਨਸਿਕ ਡੋਲਤਾ 'ਚ ਚਲੇ ਜਾਈਦਾ ਤੇ ਹਰੀ ਦੇ ਗੁਣ ਗਾਈਦੇ ਹਨ। ਜਹ ਸਤਿਗੁਰ ਤਹਾਂ ਹਉ ਮੈਂ ਸ਼ਬਦ ਜਲਾਈ। ਜਿੱਥੇ ਸਤਿਗੁਰੂ ਦਾ ਵਾਸਾ ਹੈ ਨਾ ਉੱਥੇ ਜਾਈਏ ਭਾਵਨਾ ਸਹਿਤ ਤੇ ਗੁਰੂ ਦੇ ਸ਼ਬਦ ਰਾਹੀਂ ਹਉਮੈ ਨੂੰ ਸਾੜ ਲਈਦਾ। ਜਿੱਥੇ ਸਤਿਗੁਰੂ ਦਾ ਵਾਸਾ ਹੈ
ਉੱਥੇ ਸਾਡੇ ਮਨ ਦਾ ਵੀ ਵਾਸਾ ਹੋ ਜਾਂਦਾ ਨਾ, ਸਰੀਰਕ ਵਾਸਾ ਇਕੱਲਾ ਨਹੀਂ। ਮਾਨਸਿਕ ਤੌਰ 'ਤੇ ਜਿਹੜਾ ਸਤਿਗੁਰਾਂ ਦੇ ਨਜ਼ਦੀਕ ਚਲਾ ਗਿਆ, ਉਹਦੀ ਵੀ ਗੁਰੂ ਸ਼ਬਦ ਰਾਹੀਂ ਹਉਮੈ ਸੜ ਗਈ। ਗੁਰਮੁਖ ਸੇਵਾ ਮਹਿਲੀ ਥਾਉ ਪਾਏ, ਜਿਹੜਾ ਗੁਰਾਂ ਦੇ ਸਨਮੁਖ ਹੋ ਕੇ ਚੱਲਦਾ, ਗੁਰੂ ਮੁਖ ਤੋਂ ਉਪਦੇਸ਼ ਸੁਣ ਕੇ ਉਸ ਨੂੰ ਮਨ ਦਾ ਕਮਾਉਂਦਾ ਹੈ ਅਤੇ ਗੁਰੂ ਅਨੁਸਾਰੀ ਹੋ ਕੇ ਸੇਵਾ ਭਗਤੀ ਕਰਦਾ ਹੈ, ਉਹ ਮਹਿਲੀ ਥਾਉ ਪਾਏ। ਜੋ ਮਹਿਲੀ ਮਹੱਲ ਸਰੂਪ ਦਾ ਮਾਲਕ ਹੈ ਨਾ ਵਾਹਿਗੁਰੂ, ਉਸ ਦੇ ਚਰਨਾਂ 'ਚ ਥਾਂ, ਇੱਜ਼ਤ ਵਾਲੀ ਥਾਂ ਢੋਈ ਪ੍ਰਾਪਤ ਕਰ ਲੈਂਦਾ ਹੈ। ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਪ੍ਰਾਪਤ ਕਰਦਾ ਹੈ। ਗੁਰਮੁਖ ਅੰਤਰ ਹਰ ਨਾਮ ਵਸਾਏ, ਜੋ ਗੁਰਮੁਖ ਹੈ, ਗੁਰਾਂ ਦੇ ਅਨੁਸਾਰੀ ਚੱਲਣ ਵਾਲਾ, ਉਹ ਆਪਣੇ ਹਿਰਦੇ ਦੇ ਅੰਦਰ ਹਰੀ ਵਾਹਿਗੁਰੂ ਦੇ ਨਾਮ ਨੂੰ ਵਸਾ ਲੈਂਦਾ ਹੈ। ਉਹਦੇ ਅੰਦਰ ਪਰਮਾਤਮਾ ਦਾ ਨਾਮ ਵਸਿਆ ਰਹਿੰਦਾ। ਗੁਰਮੁਖ ਭਗਤ ਹਰ ਨਾਮ ਸਮਾਏ, ਜੋ ਗੁਰਾਂ ਦੇ ਅਨੁਸਾਰੀ ਹੋ ਕੇ ਭਗਤੀ ਕਰਦਾ ਹੈ, ਹਰੀ ਨਾਮ ਦੇ ਵਿੱਚ ਹੀ ਉਹਦੀ ਸਮਾਈ ਹੋ ਜਾਂਦੀ। ਹਰੀ ਨਾਮ ਦੁਆਰਾ ਹਰੀ ਪਰਮਾਤਮਾ ਜੋ ਨਾਮੀ ਹੈ, ਉਹਦੇ ਵਿੱਚ ਸਮਾ ਜਾਂਦਾ ਹੈ। ਪਰ ਆਪੇ ਦਾਤ ਕਰੇ ਦਾਤਾਰ, ਜੀਆਂ ਦੇ ਵੱਸ ਹਜ਼ੂਰ ਕਹਿੰਦੇ ਕੁਛ ਨਹੀਂ ਹੈ। ਉਹ ਦਾਤਾਂ ਦੇਣ ਵਾਲਾ ਦਾਤਾਰ ਪਰਮਾਤਮਾ ਆਪ ਹੀ ਤੁੱਠ ਕੇ ਜਿਸ ਨੂੰ ਦਾਤ ਕਰੇ ਤੋਂ ਮਤਲਬ ਦਾਤ ਦਿੰਦਾ ਹੈ। ਜਦੋਂ ਇਹ ਦਾਤ ਬਖਸ਼ਦਾ ਹੈ ਨਾ, ਪੂਰੇ ਸਤਿਗੁਰੂ ਤੋਂ ਲੱਗਿਆ ਪਿਆਰ, ਤਾਂ ਹੀ ਕਿਸੇ ਦੇ ਹਿਰਦੇ ਅੰਦਰ ਪੂਰਨ ਸਤਿਗੁਰੂ ਦੇ ਚਰਨਾਂ ਨਾਲ ਪਿਆਰ ਲੱਗਦਾ ਹੈ, ਪਿਆਰ ਜਾਗ ਪੈਂਦਾ ਹੈ, ਪਿਆਰ ਪ੍ਰਫੁੱਲਤ ਹੁੰਦਾ, ਪਿਆਰ ਪ੍ਰਗਟ ਹੁੰਦਾ ਹੈ। ਨਾਨਕ ਨਾਮ ਰਤੇ ਤਿਨ ਕਉ ਜੈਕਾਰ, ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਨਾਮ ਵਿੱਚ ਰੱਤੇ ਰੰਗੇ ਹੋਏ ਨੇ, ਤਿਨ ਕਉ ਜੈਕਾਰ, ਉਹਨਾਂ ਦੀ ਜੈ ਜੈਕਾਰ ਹੈ। ਉਹਨਾਂ ਨੂੰ ਜੈਕਾਰ ਨਮਸਕਾਰ ਕਰਦੇ ਹਾਂ, ਉਹਨਾਂ ਦੀ ਜੈ ਜੈਕਾਰ ਵਡਿਆਈ ਅਸੀਂ ਕਰਦੇ ਹਾਂ। ਗੌੜੀ ਗੁਆਰੇਰੀ ਮਹੱਲਾ ਤੀਜਾ। ਗੁਆਰੇਰੀ ਗੌੜੀ ਅੰਦਰ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਅਗਲਾ ਬਚਨ ਸ਼ਬਦ ਉਚਾਰਦੇ ਹਨ। ਏਕਸ ਤੇ ਸਭ ਰੂਪ ਹੈ ਰੰਗਾ, ਹਜ਼ੂਰ ਕਹਿੰਦੇ ਜਿੰਨੇ ਰੂਪ ਆਕਾਰ ਦਿਖਾਈ ਦਿੰਦੇ ਨੇ, ਜਿੰਨੇ ਵੱਖਰੇ ਵੱਖਰੇ ਰੰਗ ਦਿਖਾਈ ਦਿੰਦੇ ਨੇ, ਇਹ ਸਾਰੇ ਇੱਕੋ ਪਰਮਾਤਮਾ ਤੋਂ ਹੀ ਬਣੇ ਨੇ। ਇੱਕ ਵਾਹਿਗੁਰੂ ਨੇ ਆਪਣੇ ਆਪ ਤੋਂ ਇਹ ਸਾਰੇ ਆਕਾਰ ਬਣਾਏ ਨੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣ ਗਿਆਨ ਧਿਆਨ। ਜਨਮ ਸਾਖੀ 'ਚ ਬਚਨ, ਸ਼ਬਦੋਂ ਧਰਤੀ ਸ਼ਬਦੋਂ ਆਕਾਸ਼, ਸ਼ਬਦੋਂ ਸ਼ਬਦ ਕੀਆ ਪ੍ਰਗਾਸ। ਇਹ ਜਨਮ ਸਾਖੀ ਦੀਆਂ ਤੁਕਾਂ ਹਨ, ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਇੱਕੋ ਇੱਕ ਪਰਮਾਤਮਾ ਤੋਂ ਸਾਰੇ ਇਹ ਰੂਪ, ਅਨੰਤ ਰੂਪ ਤੇਰੇ ਨਾਰਾਇਣ ਆਏ, ਸਾਰੇ ਰੂਪ ਇੱਕੋ ਤੋਂ ਬਣੇ ਨੇ। ਸਾਰੇ ਰੰਗ ਵੀ ਇੱਕ ਪਰਮਾਤਮਾ ਤੋਂ ਹੀ ਬਣੇ ਨੇ। ਕਾਲਾ ਗੋਰਾ ਪੀਲਾ ਚਿੱਟਾ ਵੰਨ ਸਵੰਨੇ, ਅਤੇ ਇਸੇ ਪ੍ਰਕਾਰ ਜਿਹੜੇ ਦੂਜੇ ਰੰਗ ਨੇ, ਕਿਸੇ ਨੂੰ ਨਾਮ ਦਾ ਰੰਗ ਹੈ, ਕਿਸੇ ਨੂੰ ਮਾਇਆ ਦਾ ਰੰਗ ਹੈ, ਕਿਸੇ ਨੂੰ ਵਿਕਾਰਾਂ ਦਾ ਰੰਗ ਹੈ, ਕਈ ਤਰ੍ਹਾਂ ਦੇ ਇਹ ਵੀ ਰੰਗ ਨੇ। ਅੰਤਰਾਤਮੇ ਜਿਹੜੇ ਹੁੰਦੇ ਨੇ, ਇਹ ਵੀ ਰੰਗ ਸਾਰੇ ਪਰਮਾਤਮਾ ਵਿੱਚੋਂ ਹੀ ਪ੍ਰਗਟ ਹੋਏ ਨੇ। ਪੌਣ ਪਾਣੀ ਬੈ ਸੰਤਰ ਸਭ ਸਹਿਲੰਗਾ, ਪੌਣ ਹਵਾ, ਪਾਣੀ ਜਲ ਅਤੇ ਬੈਸੰਤਰ ਅਗਨੀ, ਸਭ ਸਹਿਲੰਗਾ, ਸਾਰੇ ਇਕੱਠੇ ਕੀਤੇ ਹੋਏ ਨੇ ਵਾਹਿਗੁਰੂ ਨੇ। ਸਾਡੇ ਸਰੀਰਾਂ ਵਿੱਚ ਵੇਖੋ, ਪੌਣ ਹਵਾ ਵੀ ਹੈ, ਪਾਣੀ ਵੀ ਹੈ, ਬੈਸੰਤਰ ਵੀ, ਮਿੱਟੀ ਦੀ ਅੰਸ਼ ਵੀ ਹੈ, ਆਕਾਸ਼ ਖਾਲੀ ਥਾਂ ਵੀ ਹੈ, ਜਿਹਦੇ ਵਿੱਚ ਅਸੀਂ ਪਲਾਟ 'ਚ ਵਿਚਰ ਰਹੇ ਹਾਂ। ਇਹ ਮੇਨ ਸਾਰੇ ਜਿਹੜੇ ਤੱਤ ਨੇ ਪਰਮਾਤਮਾ ਨੇ ਇਕੱਠੇ ਕੀਤੇ ਹੋਏ ਨੇ, ਇੱਕ ਦੂਜੇ ਨਾਲ ਮਿਲੇ ਹੋਏ ਨੇ। ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ, ਔਰ ਭਿੰਨ ਭਿੰਨ ਅਨੇਕਾਂ ਤਰ੍ਹਾਂ ਦੇ ਪਰਮਾਤਮਾ ਆਪਣੇ ਰੰਗ ਵਿੱਚ ਵਾਹਿਗੁਰੂ ਵੇਖਦਾ ਹੈ ਸਾਰਿਆਂ ਜੀਆਂ ਨੂੰ। ਭਿੰਨ ਭਿੰਨ ਵੇਖਿਆ ਹਰ ਪ੍ਰਭ ਰੰਗਾ, ਇਹ ਜੀਵ ਭਿੰਨ ਭਿੰਨ ਅਨੇਕਾਂ ਤਰ੍ਹਾਂ ਦੇ ਨੇ, ਅਤੇ ਸਾਰਿਆਂ ਭਿੰਨ ਭਿੰਨ ਤਰ੍ਹਾਂ ਦੇ ਰੰਗਾਂ ਰੂਪਾਂ ਦੇ ਜੀਆਂ ਨੂੰ ਪਰਮਾਤਮਾ ਵੇਖਦਾ ਹੈ। ਸਭਨਾਂ ਉੱਪਰ ਉਹਦੀ ਨਜ਼ਰ ਵੀ ਵੱਖਰੀ ਵੱਖਰੀ ਹੈ, ਔਰ ਇਸੇ ਪ੍ਰਕਾਰ ਇਹ ਜੀਵ ਵੀ ਭਿੰਨ ਭਿੰਨ ਰੰਗਾਂ ਨੂੰ ਵੇਖਦਾ ਹੈ। ਪਰਮਾਤਮਾ ਦੇ ਸਾਰੇ ਰੰਗ ਨੇ, ਵੇਖਣ ਵਿੱਚ ਵੀ ਬੜਾ ਅੰਤਰ ਹੈ। ਸਾਰਾ ਕੁਝ ਭਿੰਨ ਭਿੰਨ ਬਣਾਇਆ ਪਰਮਾਤਮਾ ਨੇ। ਏਕ ਅਚਰਜ ਜਾਂ ਇੱਕੋ ਹੈ ਸੋਈ, ਹਜ਼ੂਰ ਕਹਿੰਦੇ ਇੱਕੋ ਇੱਕ ਅਸਚਰਜ ਹੈਰਾਨੀ ਕੁਨ ਪਰਮਾਤਮਾ ਹੈ। ਉਹ ਇੱਕ ਹੀ ਹੈ। ਇੱਕ ਬੜਾ ਵੱਡਾ ਅਸਚਰਜ ਹੈ ਕਿ ਪਹਿਲਾਂ ਵੀ ਇੱਕ ਸੀ, ਅਤੇ ਹੁਣ ਜਦੋਂ ਸ੍ਰਿਸ਼ਟੀ ਰਚੀ ਹੋਈ ਹੈ, ਸਾਰੀ ਅਨੇਕਤਾ ਜਿਹੜੀ ਹੈਗੀ ਹੈ ਸੰਸਾਰ ਦੀ, ਇਹਦੇ ਵਿੱਚ ਉਹੀ ਪਰਮਾਤਮਾ ਹੁਣ ਵੀ ਇੱਕੋ ਹੀ ਹੈ। ਗੁਰਮੁਖ ਵਿਚਾਰੇ ਵਿਰਲਾ ਕੋਈ,
ਮਹਾਰਾਜ ਕਹਿੰਦੇ ਨੇ ਜੋ ਗੁਰਾਂ ਦੇ ਅਨੁਸਾਰੀ ਹੋ ਕੇ ਇਸ ਭੇਦ ਨੂੰ ਵਿਚਾਰਨ ਵਾਲਾ ਉਹ ਕੋਈ ਵਿਰਲਾ ਗੁਰਮੁਖ ਹੈ। ਰਹਾਓ ਸਹਿਜ ਭਵੈ ਪ੍ਰਭ ਸਭਨੀ ਥਾਈ, ਆਪਣੀ ਅੰਦਰਲੀ ਅਡੋਲਤਾ ਵਿੱਚ ਟਿਕਿਆ ਹੋਇਆ ਵਾਹਿਗੁਰੂ। ਜਿਵੇਂ ਬਚਨ ਹਨ ਕਿ ਤਿੰਨਾਂ ਭਵਨਾਂ ਵਿੱਚ ਸੁਨ ਮੰਡਲਿਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕਉ ਕੈਸੇ, ਤ੍ਰਿਭਵਨ ਜੋਤ ਰਹੇ ਲਿਵ ਲਾਈ, ਸੁਰ ਨਰ ਨਾਥ ਸੱਚੈ ਸਰਣਾਈ। ਆਪਣੇ ਸਰੂਪ ਦਾ ਜਿਹੜਾ ਆਪਾ ਗਿਆਨ ਹੈ ਵਾਹਿਗੁਰੂ ਦੇ ਪਾਸ, ਆਪਣੇ ਆਪ ਦੇ ਗਿਆਨ ਵਿੱਚ ਪਰਮਾਤਮਾ ਅਡੋਲਤਾ ਵਿੱਚ ਹੀ ਸਭਨਾ ਥਾਵਾਂ 'ਤੇ ਵਾਹਿਗੁਰੂ ਜੀ ਭਵੈ ਮੈਨੇ ਵਿਆਪਕ ਹੋ ਰਿਹਾ, ਪਰਮਾਤਮਾ ਵਿਚਰ ਰਿਹਾ, ਵਿਆਪਕ ਹੋਇਆ। ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ, ਕਿਤੇ ਗੁਪਤ ਤੇ ਕਿਤੇ ਪ੍ਰਗਟ ਰੂਪ 'ਚ ਪਰਮਾਤਮਾ ਨੇ ਬਣਤ ਬਨਾਵਟ ਜਿਹੜੀ ਅਨੇਕਾਂ ਤਰ੍ਹਾਂ ਦੀ ਬਣਾਈ ਹੋਈ ਹੈ। ਕਿਧਰੇ ਗੁਪਤ ਹੈ, ਕਿਧਰੇ ਪ੍ਰਗਟ ਹੈ ਵਾਹਿਗੁਰੂ। ਕੁਝ ਚੀਜ਼ਾਂ ਗੁਪਤ ਹਨ, ਕੁਝ ਪ੍ਰਗਟ ਹਨ। ਸਾਰੀ ਬਣਤ ਪਰਮਾਤਮਾ ਨੇ ਬਣਾਈ ਹੋਈ ਹੈ। ਆਪੇ ਸੁੱਤਿਆਂ ਦੇ ਜਗਾਈ, ਅਸੀਂ ਸਾਰੇ ਜੀਵ ਸੁੱਤੇ ਹੋਏ ਹਾਂ। ਜਿਸ ਤੇ ਸੁੱਤਾ ਨਾਨਕਾ ਜਗਾਏ ਸੋਈ। ਤੇ ਇਕਨਾਂ ਨੂੰ ਪਰਮਾਤਮਾ ਆਪ ਹੀ ਬਖਸ਼ਿਸ਼ ਕਰਕੇ, ਜਿਵੇਂ ਬਚਨ ਹਨ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲਹਿਨ ਇਕਨਾ ਸੁੱਤਿਆਂ ਦੇ ਉਠਾਲ। ਔਰ ਜਿਹੜੇ ਅਗਿਆਨਤਾ ਵਿਦਿਆ ਦੀ ਨੀਂਦ ਵਿੱਚ ਅਗਿਆਨ ਲਾਏ ਸਵਾਲਿਓ, ਗੁਰ ਗਿਆਨੈ ਲਾਏ ਜਗਾਵੈ ਗੋ। ਇਕਨਾਂ ਨੂੰ ਸੁੱਤਿਆਂ ਨੂੰ ਪਰਮਾਤਮਾ ਜਗਾ ਵੀ ਦਿੰਦਾ, ਮਾਇਆ ਦੇ ਹੱਲਿਆਂ ਤੋਂ ਸੁਚੇਤ ਕਰ ਦਿੰਦਾ ਹੈ। ਤਿਸ ਕੀ ਕੀਮਤ ਕਿਨੈ ਨਾ ਹੋਈ, ਤਿਸ ਪਰਮਾਤਮਾ ਦੀ ਜੋ ਕੀਮਤ ਹੈ, ਜੋ ਮੁੱਲ ਹੈ, ਕਿਸੇ ਕੋਲੋਂ ਨਹੀਂ ਪਾਇਆ ਜਾਂਦਾ। ਕਹਿ ਕਹਿ ਕਥਨ ਕਹਿ ਸਭ ਕੋਈ, ਜਿਹੜੇ ਕਥਨ ਪਹਿਲਾਂ ਗ੍ਰੰਥਾਂ 'ਚ ਲਿਖੇ ਹੋਏ ਨੇ ਉਹਨਾਂ ਕਥਨਾਂ ਨੂੰ ਕਹਿ ਕੇ ਉਚਾਰਨ ਕਰ ਕਰਕੇ ਸਭ ਕੋਈ ਕਹਿੰਦਾ ਤਾਂ ਹੈ ਵੀ ਪਰਮਾਤਮਾ ਇਸ ਤਰ੍ਹਾਂ ਦਾ, ਇਸ ਤਰ੍ਹਾਂ ਦਾ। ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ, ਪਰ ਜਿਹੜਾ ਗੁਰੂ ਦੇ ਸ਼ਬਦ ਵਿੱਚ, ਗੁਰੂ ਦੇ ਉਪਦੇਸ਼ ਵਿੱਚ ਹੀ ਸਮਾ ਜਾਂਦਾ, ਮਨ ਜਿਸ ਦਾ ਆਸਿਓਂ ਪਾਸਿਓਂ ਹਟ ਕੇ ਸੰਸਾਰ ਵੱਲੋਂ ਗੁਰੂ ਦੇ ਸ਼ਬਦ ਵਿੱਚ ਲੀਨ ਹੁੰਦਾ, ਜਿਹਦੀ ਸੁਰਤ ਗੁਰੂ ਦੇ ਸ਼ਬਦ ਵਿੱਚ ਸਮਾਉਂਦੀ ਹੈ, ਬੂਝੈ ਹਰ ਸੋਈ, ਉਹ ਉਸ ਹਰੀ ਪਰਮਾਤਮਾ ਨੂੰ ਅਸਲ ਮਾਇਨਿਆਂ ਵਿੱਚ ਬੁੱਝਦਾ ਸਮਝਦਾ ਹੈ, ਉਸ ਨੂੰ ਗਿਆਤ ਪ੍ਰਾਪਤ ਹੁੰਦੀ ਹੈ। ਸੁਣ ਸੁਣ ਵੇਖੈ ਸ਼ਬਦ ਮਿਲਾਏ, ਸਾਰਿਆਂ ਦੀਆਂ ਫਰਿਆਦਾਂ ਸੁਣ ਸੁਣ ਕੇ ਸਭਨਾਂ ਦੀ ਸੰਭਾਲ ਕਰ ਰਿਹਾ ਪਰਮਾਤਮਾ, ਸਭ ਨੂੰ ਵੇਖਦਾ ਹੈ। ਅਤੇ ਇਕਨਾਂ 'ਤੇ ਖਾਸ ਮਿਹਰ ਕਰਕੇ, ਉਹਨਾਂ ਦੀ ਭਾਵਨਾ ਕਰਕੇ ਪਰਮਾਤਮਾ ਗੁਰੂ ਦੇ ਸ਼ਬਦ ਰਾਹੀਂ ਆਪਣੇ ਆਪ ਨੂੰ ਮਿਲਾ ਲੈਂਦਾ, ਆਪਣੇ ਆਪ ਤੱਕ ਮਿਲਾ ਲੈਂਦਾ, ਆਪਣੇ ਆਪ ਨਾਲ ਮਿਲਾ ਲੈਂਦਾ ਹੈ। ਵੱਡੀ ਵਡਿਆਈ ਗੁਰ ਸੇਵਾ 'ਤੇ ਪਾਏ, ਜਿਹੜੇ ਜੀਵ ਗੁਰਾਂ ਦੀ ਸੇਵਾ ਕਰਦੇ ਨੇ, ਗੁਰੂ ਸਾਹਿਬ ਜੀ ਦੀ ਸੇਵਾ ਦੱਸੀ ਹੋਈ ਭਗਤੀ ਕਰਦੇ ਹਨ, ਉਸ ਸੇਵਾ ਭਗਤੀ ਦੁਆਰਾ ਉਹ ਵੱਡੀ ਵਡਿਆਈ ਪ੍ਰਾਪਤ ਕਰਦਾ। ਜਿਹੜਾ ਵੀ ਜੀਵ ਗੁਰਾਂ ਦੇ ਅਨੁਸਾਰ ਹੋ ਕੇ ਚੱਲਦਾ, ਬਹੁਤ ਵੱਡੀ ਵਡਿਆਈ, ਖਾਸ ਭਾਵਨਾਮ ਦੀ ਵਡਿਆਈ ਉਹ ਪ੍ਰਾਪਤ ਕਰਦਾ ਗੁਰਾਂ ਦੀ ਸੇਵਾ 'ਚ ਲੱਗਾ ਹੋਇਆ। ਨਾਨਕ ਨਾਮ ਰਤੇ ਹਰ ਨਾਮ ਸਮਾਏ, ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਿਹੜੇ ਭਾਈ ਨਾਮ ਜਪਦੇ ਜਪਦੇ ਵਾਹਿਗੁਰੂ ਦੇ ਨਾਮ ਵਿੱਚ ਰਤੇ ਗਏ, ਉਹ ਹਰੀ ਨਾਮ ਵਿੱਚ ਹੀ ਫਿਰ ਲੀਨ ਹੋ ਗਏ, ਨਾਮ ਦਾ ਰੂਪ ਬਣ ਗਏ ਅਤੇ ਨਾਮੀ ਦਾ ਰੂਪ ਬਣ ਗਏ। ਨਾਮੀ ਅਤੇ ਨਾਮ ਦੋਵੇਂ ਅਭੇਦ ਹਨ। ਗੌੜੀ ਗਵਾਰੇਰੀ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਅਗਲਾ ਸ਼ਬਦ ਉਚਾਰਦੇ ਹਨ। ਮਨਮੁਖ ਸੂਤਾ ਮਾਇਆ ਮੋਹ ਪਿਆਰ। ਪਿੱਛੇ ਬਚਨ ਆਏ ਹਨ ਨਾ ਕਿ ਜੀਵ ਸੁੱਤੇ ਹੋਏ ਨੇ, ਸੁੱਤਿਆਂ ਨੂੰ ਜਗਾਉਣ ਵਾਲਾ ਪਰਮੇਸ਼ਰ ਆਪ ਹੈ। ਇਹ ਹੁਣ ਦੱਸ ਰਹੇ ਨੇ ਵੀ ਸੁੱਤਾ ਕਿਵੇਂ ਹੈ ਜੀਵ। ਮਨਮੁਖ ਸੂਤਾ ਮਾਇਆ ਮੋਹ ਪਿਆਰ। ਮਨਮੁਖ ਮਾਇਆ ਦੇ ਮੋਹ ਵਿੱਚ ਗਲਤਾਨ ਹੈ ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ, ਇੰਦਰੀਆਂ ਦੇ ਤੌਰ 'ਤੇ ਵੀ ਮਾਇਆ ਦੇ ਪਿਆਰ ਵਿੱਚ ਹੀ ਹੈ। ਇਸ ਕਰਕੇ ਸੁੱਤਾ ਹੋਇਆ, ਕਿਉਂਕਿ ਨਾਸਵੰਤ ਚੀਜ਼ ਨਾਲ ਪਿਆਰ ਪਾਇਆ ਹੋਇਆ। ਜੋ ਦ੍ਰਿਸ਼ਮਾਨ ਪ੍ਰਪੰਚ ਹੈ ਤਾਂ ਸਾਰਾ ਬਿਲਾ ਜਾਣ ਵਾਲਾ ਹੈ, ਨਾਸਵੰਤ ਹੈ। ਅਤੇ ਨਾਸਵੰਤ ਚੀਜ਼ਾਂ ਨਾਲ ਪਿਆਰ ਲਾਉਣਾ, ਜਿਵੇਂ ਬਿਰਸ਼ ਦੀ ਛਾਂ ਨਾਲ ਪਿਆਰ ਲਾ ਲੇ ਕੋਈ ਤਾਂ ਘੁੰਮ ਜਾਂਦੀ, ਬਦਲ ਜਾਂਦੀ, ਰਹਿੰਦੀ ਨਹੀਂ। ਇਸੇ ਤਰ੍ਹਾਂ ਰਾਹੀ ਨਾਲ ਪ੍ਰੇਮ ਪਾ ਲੇ ਕੋਈ, ਅਤੇ ਰਾਹੀ ਨੇ ਤਾਂ ਰਾਹ ਮੁਕਾ ਕੇ, ਪੰਧ ਮੁਕਾ ਕੇ ਪਤਾ ਨਹੀਂ ਕਿੱਥੇ ਚੱਲਣਾ ਆਪਣੇ ਦੇਸ਼, ਫਿਰ ਪਛਤਾਵਾ ਹੀ ਪੱਲੇ ਪਏਗਾ ਨਾ। ਇਸ ਤਰ੍ਹਾਂ ਜੋ ਬਿਲਾ ਜਾਣ ਵਾਲੀਆਂ ਚੀਜ਼ਾਂ ਹਨ, ਜੋ ਨਾਸ ਹੋ ਜਾਣ ਵਾਲੀਆਂ ਚੀਜ਼ਾਂ ਹਨ, ਉਹਨਾਂ ਦੇ ਪਿਆਰ ਵਿੱਚ ਜੋ ਜਿਉਂਦਾ ਹੈ, ਉਹ ਜਿਉਂਦਾ ਕਾਹਦਾ, ਸੁੱਤਾ ਹੋਇਆ। ਸੁੱਤਾ ਬੰਦਾ ਮੁਰਦੇ ਤੁਲ ਹੁੰਦਾ। ਗੁਰਮੁਖ ਜਾਗੇ ਗੁਣ ਗਿਆਨ ਵਿਚਾਰ।
ਜੋ ਗੁਰੂ ਮਹਾਰਾਜ ਦੇ ਅਨੁਸਾਰੀ ਹੋ ਕੇ ਚੱਲੇ, ਗੁਰੂ ਨੂੰ ਮੁੱਖ ਰੱਖਿਆ, ਗੁਰੂ ਦੇ ਬਚਨ ਤੇ ਵਿਸ਼ਵਾਸ ਕੀਤਾ, ਆਪਣੇ ਮਨ ਦੀ ਮਨੌਤ ਛੱਡੀ, ਉਹ ਜਾਗੇ ਹਨ। ਕਿਵੇਂ ਜੀ? ਵਾਹਿਗੁਰੂ ਦੇ ਗੁਣਾਂ ਨੂੰ ਤੇ ਵਾਹਿਗੁਰੂ ਦੇ ਗਿਆਨ ਨੂੰ, ਪਰਮਾਤਮਾ ਦੀ ਜਿਹੜੀ ਜਾਣ ਪਛਾਣ ਹੈ ਉਸ ਨੂੰ ਵਿਚਾਰਦੇ ਰਹਿੰਦੇ ਨੇ। ਪਰਮਾਤਮਾ ਦੀ ਸੂਝ ਬੂਝ, ਪਰਮਾਤਮਾ ਦੇ ਗੁਣ ਵਿਚਾਰ ਵਿਚਾਰ ਕੇ ਗੁਰਮੁਖ ਪਿਆਰੇ ਜਾਗੇ ਹਨ। ਸੇ ਜਨ ਜਾਗੇ ਜਿਨ ਨਾਮ ਪਿਆਰ। ਹਜ਼ੂਰ ਕਹਿੰਦੇ ਉਹੀ ਜਨ ਭਗਤ ਜਾਗੇ ਹੋਏ ਸਮਝ ਲੈਣੇ ਜਿਨ੍ਹਾਂ ਦਾ ਹੋਰ ਕਿਸੇ ਵਸਤੂ ਨਾਲ ਪਿਆਰ ਨਹੀਂ ਬਲਕਿ ਨਾਮ ਨਾਲ ਪਿਆਰ ਹੈ। ਸਹਿਜੇ ਜਾਗੈ ਸਵੈ ਨਾ ਕੋਏ। ਜਿਹੜਾ ਸਹਿਜ ਆਤਮਿਕ ਅਡੋਲਤਾ, ਮਾਨਸਿਕ ਅਡੋਲਤਾ ਵਿੱਚ ਜਾਗ ਪੈਂਦਾ, ਉਹ ਕੋਈ ਸੌਂਦਾ ਨਹੀਂ ਹੈ। ਪ੍ਰਤੱਖ ਤੌਰ 'ਤੇ ਰੱਬ ਦਾ ਸੰਤ ਸੁੱਤਾ ਹੋਇਆ ਪ੍ਰਤੀਤ ਹੋਏ ਕਿਸੇ ਨੂੰ ਵੇਖਣ ਨੂੰ, ਤਾਂ ਗੁਰੂ ਮਹਾਰਾਜ ਕਹਿੰਦੇ ਨਹੀਂ, ਗੁਰਮੁਖ ਮੋਏ ਜੀਵਨ ਦੇ ਪ੍ਰਵਾਨ ਹੈ। ਉਹ ਤੇ ਮਰੇ ਵੀ ਪ੍ਰਵਾਨ ਨੇ, ਤੇ ਸੁੱਤੇ ਹੋਏ ਕਿਉਂ ਨਹੀਂ? ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਤੇ ਪੂਰੇ ਪੁਰਖ ਪ੍ਰਧਾਨ। ਗੁਰਮੁਖ ਨਹੀਂ ਸੌਂਦਾ, ਮਨਮੁਖ ਜਾਗਦਾ ਵੀ ਸੁੱਤਾ ਹੋਇਆ। ਸਹਿਜੇ ਜਾਗੈ ਸਵੈ ਨਾ ਕੋਏ। ਜਿਹੜਾ ਸਹਿਜ ਵਿੱਚ ਜਾਗ ਪੈਂਦਾ ਹੈ ਉਹ ਫਿਰ ਕੋਈ ਸੌਂਦਾ ਨਹੀਂ ਹੈ। ਪੂਰੇ ਗੁਰ ਤੇ ਬੂਝੈ ਜਨ ਕੋਏ। ਪੂਰਿਆਂ ਗੁਰਾਂ ਦੁਆਰਾ, ਗੁਰੂ ਅਧੂਰਾ ਨਹੀਂ ਚਾਹੀਦਾ। ਦੇਖੋ ਪੂਰਾ ਸ਼ਬਦ ਕਹਿੰਦੇ ਨੇ ਸਤਿਗੁਰੂ, ਪੂਰੇ ਗੁਰ ਤੇ ਵਡਿਆਈ ਪਾਈ, ਗੁਰ ਪੂਰਾ ਭੇਟਿਓ ਵਡਭਾਗੀ, ਜਿਨ ਗੁਰ ਪੂਰੇ ਨਾਹੀ ਉਦਾਰ। ਮਤਲਬ ਅਧੂਰੇ ਵੀ ਹੁੰਦੇ ਨੇ ਲੋਕ, ਗੁਰੂ ਕਹਾਉਂਦੇ ਨੇ ਜਾਂ ਲੋਕ ਮੰਨ ਲੈਂਦੇ ਨੇ ਵੀ ਗੁਰੂ ਨੇ, ਪਰ ਹੋ ਸਕਦਾ ਉਹ ਗੁਰੂ ਅਧੂਰਾ ਹੋਵੇ। ਤੇ ਇਸ ਵਾਸਤੇ ਪੂਰੇ ਗੁਰੂ ਦੁਆਰਾ ਹੀ ਬੁੱਝਿਆ ਜਾ ਸਕਦਾ ਹੈ। ਕੋਈ ਜਨ ਵਿਰਲਾ ਟਾਵਾਂ ਹੈ ਜੋ ਪੂਰਿਆਂ ਗੁਰਾਂ ਦੀ ਸ਼ਰਨ ਪੈ ਕੇ ਗੁਰਾਂ ਦੁਆਰਾ ਬੁੱਝ ਲੈਂਦਾ ਹੈ ਪਰਮੇਸ਼ਰ ਦੇ ਪਿਆਰ ਨੂੰ, ਜਾਗਣ ਨੂੰ ਤੇ ਸੌਣ ਨੂੰ। ਵੀ ਸੌਂਦਾ ਕਿਵੇਂ ਹੈ ਜੀਵ ਤੇ ਸੁੱਤਾ ਤੇ ਜਾਗਦਾ ਕਿਵੇਂ? ਰਹਾਓ ਅਸੰਤ ਅਨਾੜੀ ਕਦੇ ਨਾ ਬੂਝੈ। ਜਿਹੜਾ ਅਸੰਤ, ਜਿਹਦਾ ਮਨ ਸ਼ਾਂਤ ਨਹੀਂ ਹੈ, ਜਿਹੜਾ ਸੰਸਾਰੀ ਹੈ ਤੇ ਅਨਾੜੀ ਹੈ, ਅਮੋੜ ਹੈ ਜਿਸ ਦਾ ਮਨ, ਉਹ ਕਦੇ ਨਾ ਬੂਝੈ। ਕਦੇ ਵੀ ਨਹੀਂ ਬੁੱਝਦਾ, ਕਦੇ ਵੀ ਨਹੀਂ ਉਹਨੂੰ ਸਮਝ ਗਿਆਤ ਪ੍ਰਾਪਤ ਹੁੰਦੀ। ਕਥਨੀ ਕਰੈ ਤੈ ਮਾਇਆ ਨਾਲ ਲੂਝੈ। ਕਥਨੀ ਬੜੀ ਮੂੰਹ ਤੋਂ ਕਰਦਾ, ਪਰ ਅੰਦਰੋਂ ਮਾਇਆ ਦੇ ਨਾਲ ਹੀ ਲੁੱਝਦਾ, ਭਾਵ ਕਿ ਮਾਇਆ ਨਾਲ ਹੀ ਪਿਆਰ ਪਾ ਛੱਡਿਆ। ਮਾਇਆ ਵਾਸਤੇ ਹੀ ਲੁੱਛਦਾ, ਤੜਫਦਾ ਹੈ, ਲੜਾਈ ਝਗੜਾ, ਖਿੱਝਦਾ ਹੈ। ਲੁੱਝਣਾ ਮਤਲਬ ਖਿੱਝਣਾ, ਝਗੜਨਾ। ਅੰਧ ਅਗਿਆਨੀ ਕਦੇ ਨਾ ਸੀਝੈ। ਜਿਹੜਾ ਮਨ ਕਰਕੇ ਅੰਨਾ ਹੈ ਨਾ, ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ, ਦੇਹੀ ਧੋਵੈ ਚੱਕਰ ਬਣਾਏ ਮਾਇਆ ਨੂੰ ਬੋਧਾਵੈ। ਸੋ ਇਸ ਪ੍ਰਕਾਰ ਅਗਿਆਨੀ ਜਿਹੜਾ ਬਸਮਝ ਹੈ, ਸ਼ਾਸਤਰਾਂ ਵੱਲੋਂ ਵੀ ਅਗਿਆਨੀ ਹੈ, ਮਾਨਸਿਕ ਤੌਰ 'ਤੇ ਵੀ ਅਗਿਆਨੀ ਅੰਨਾ ਹੈ। ਉਹ ਜਿਹੜਾ ਅੰਦਰੋਂ ਅੰਨਾ ਹੈ, ਅਗਿਆਨੀ ਬਸਮਝ ਹੈ, ਕਦੇ ਨਾ ਸੀਝੈ। ਕਦੇ ਵੀ ਉਹ ਕਾਮਯਾਬ ਨਹੀਂ ਹੁੰਦਾ, ਕਦੇ ਵੀ ਉਹ ਸਫਲਤਾ ਪ੍ਰਾਪਤ ਨਹੀਂ ਕਰਦਾ। ਇਸ ਯੁੱਗ ਮਹਿ ਰਾਮ ਨਾਮ ਨਿਸਤਾਰਾ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਯੁੱਗ ਜ਼ਮਾਨਾ, ਇਹ ਸੰਸਾਰ ਅਥਵਾ ਇਹ ਕਲਯੁੱਗ, ਇਸ ਕਲਯੁੱਗ ਵਿੱਚ ਹੋਰ ਨਹੀਂ ਕੋਈ ਕਰਮ ਕਾਮਯਾਬ। ਜਿਵੇਂ ਹਜ਼ੂਰ ਦੇ ਮੁੱਖ ਵਾਕ ਬਚਨ ਨੇ ਕਿ ਹਰ ਇੱਕ ਯੁੱਗ ਦਾ ਆਪੋ ਆਪਣਾ ਕਰਮ ਹੁੰਦਾ ਹੈ, ਹਰ ਇੱਕ ਯੁੱਗ ਦੀ ਮਰਯਾਦਾ ਵੱਖਰੀ ਵੱਖਰੀ ਹੈ। ਜਿਵੇਂ ਹਜ਼ੂਰ ਨੇ ਕਿਹਾ ਹੈ, ਸਤਯੁਗ ਸਤਯੁਗ ਦੇ ਵੇਲੇ ਬੜਾ ਉੱਚਾ ਆਚਰਣ ਸੀ, ਲੋਕ ਤਪੱਸਿਆ ਕਰਦੇ ਸੀ। ਭਾਈ ਗੁਰਦਾਸ ਨੇ ਲਿਖਿਆ ਹੈ, ਲੱਖ ਵਰਿਆਂ ਦੀ ਆਰਜਾ ਕੋਠੇ ਕੋਟ ਨ ਮੰਦਰ ਸਾਜੇ, ਕਰਨ ਤਪੱਸਿਆ ਬਨ ਬਿਖੈ, ਵਕਤ ਗੁਜ਼ਾਰਨ ਪਿੰਨੀ ਸਾਗੇ। ਇੱਕ ਸਾਗ ਦੀ ਪਿੰਨੀ ਨਾਲ ਸਾਰਾ ਦਿਨ ਗੁਜ਼ਾਰਦੇ ਸੀ ਤੇ ਝੌਂਪੜੀ ਜੀ ਬੰਨ੍ਹ ਕੇ ਜਾਂ ਜੰਗਲ ਵਿੱਚ ਬਣਾ 'ਚ ਰਹਿੰਦੇ ਸਨ। ਲੱਖ ਵਰਿਆਂ ਦੀ ਆਰਦਾ ਸੀ, ਨਾ ਕੋਠੇ ਨਾ ਕਿਲੇ ਨਾ ਪੱਕੇ ਮੰਦਰ ਸਾਰਦੇ ਸਨ, ਤਪੱਸਿਆ ਕਰਦੇ ਸਨ ਬਣਾ 'ਚ, ਤੇ ਸਾਗ ਦੀ ਪਿੰਨੀ ਨੂੰ ਚੱਕ ਮਾਰ ਲੈਣਾ ਤੇ ਪਾਣੀ ਪੀ ਲੈਣਾ। ਇਸ ਪ੍ਰਕਾਰ ਦਾ ਜੀਵਨ ਸੀ ਉਦੋਂ ਲੋਕਾਂ ਦਾ। ਐਡੇ ਸਤ ਪ੍ਰਤੱਗੀ, ਐਡੇ ਸੰਤੋਖੀ। ਸਤਯੁਗ ਸਤ ਤੇਤਾ ਜੱਗੀ। ਤ੍ਰੇਤੇ ਯੁੱਗ ਵਿੱਚ ਉਮਰ ਵੀ ਘਟ ਗਈ ਤੇ ਜਗ ਕਰਨੇ ਸਿਖਾਏ ਗਏ ਲੋਕਾਂ ਨੂੰ। ਦੁਆਪਰ ਪੂਜਾ ਚਾਰ। ਦੁਆਪਰ 'ਚ ਹੋਰ ਉਮਰ ਘਟ ਗਈ ਤੇ ਪੂਜਾ ਆਚਾਰ ਸਿਖਾਏ ਗਏ। ਤਿੰਨੋਂ ਯੁੱਗ ਤਿੰਨੋਂ ਦ੍ਰਿੜ। ਤਿੰਨਾਂ ਯੁੱਗਾਂ 'ਚ ਤਿੰਨ ਕਰਮ ਦ੍ਰਿੜ ਕਰਾਏ ਗਏ। ਕੱਲ ਕੇਵਲ ਨਾਮ ਆਧਾਰ। ਕਲਯੁੱਗ ਵਿੱਚ ਭਾਈ ਕੇਵਲ ਨਾਮ ਦਾ ਹੀ ਆਸਰਾ ਰਹਿ ਗਿਆ। ਜਿਵੇਂ ਚੱਕੀ 'ਚ ਪੀਸਦੇ ਨਾ ਦਾਣੇ, ਤੇ ਜਿਹੜੇ ਕਿੱਲੀ ਦੇ ਕੋਲ ਆ ਜਾਣ, ਜੋ ਦਰ ਰਹੇ ਸੋ ਉਬਰੇ,
ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡਿੱਠ। ਬੜਾ ਅਜਬ ਤਮਾਸ਼ਾ ਵੇਖਿਆ। ਕਹਿੰਦੇ ਜਿਹੜੇ ਦਰ ਰਹੇ ਮਤਲਬ ਕਿੱਲੀ ਦੇ ਕੋਲ ਕੋਲ ਰਹੇ, ਉਹ ਚੱਕੀ ਦੇ ਪੁੜਾਂ ਥੱਲੇ ਨਹੀਂ ਆਏ, ਪੀਸੇ ਨਹੀਂ। ਐਸਾ ਹੀ ਕਲਯੁਗ ਦੇ ਸਮੇਂ ਅੰਦਰ ਚੱਕੀ ਚੱਲ ਰਹੀ ਹੈ ਵਿਕਾਰਾਂ ਦੀ, ਅਤੇ ਜਿਹੜੇ ਵਾਹਿਗੁਰੂ ਸਾਹਿਬ ਦੇ ਨਾਮ ਨਾਲ ਜੁੜਿਆ ਕੋਈ ਹੋਇਆ ਉਹ ਬਚ ਜਾਏਗਾ, ਨਹੀਂ ਤਾਂ ਰਗੜੇ ਜਾਣਗੇ, ਪੀਸ ਜਾਣਗੇ। ਸੋ ਹਜ਼ੂਰ ਕਹਿੰਦੇ ਨੇ ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੂਤ ਨਾਹੀ ਨਾਹੀ। ਹੋਰਨਾਂ ਕਰਮਾਂ ਦੀ ਰੁੱਤ ਹੀ ਨਹੀਂ ਹੈ, ਮਤ ਭਰਮ ਭੂਲੋ ਭੂਲੋ। ਇਹ ਵੀ ਬਚਨ ਕੀਤਾ, ਆਨ ਰੂਤੀ ਆਨ ਬੋਈਐ, ਫਲ ਨਾ ਫੂਲੈ ਤਾਹੇ। ਰੁੱਤ ਹੋਰ ਹੋਵੇ ਤੇ ਬੀਜ ਹੋਰ ਬੀਜੀਏ। ਸਿਆਣੇ ਜ਼ਿਮੀਂਦਾਰ ਇੰਜ ਨਹੀਂ ਕਦੇ ਕਰਨਗੇ, ਬੀਜ ਵੀ ਪੱਲਿਓਂ ਗਵਾਈ ਦਾ, ਨਾ ਉਹਨੂੰ ਫੁੱਲ ਤੇ ਨਾ ਫਲ ਲੱਗਣਗੇ। ਉਹ ਐਵੇਂ ਉੱਗ ਭਾਵੇਂ ਪੈਣ ਦਾਣੇ, ਜਿਵੇਂ ਤੋਰੀਆ ਨਜਾਇਜ਼ ਉੱਗ ਪੈਂਦਾ ਨਾ ਬੇਰੁੱਤਾ ਹੀ, ਪਰ ਉਹ ਸੜ ਜਾਂਦਾ, ਨਾ ਫੁੱਲ ਨਾ ਫਲ, ਕੁਛ ਵੀ ਨਹੀਂ ਪੱਲੇ ਪੈਂਦਾ ਜ਼ਿਮੀਂਦਾਰ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਰੁੱਤਾ ਬੀਜ ਬੀਜੈ ਨਹੀਂ ਜੰਮੈ। ਰੁੱਤ ਹੋਰ ਹੋਵੇ ਬੀਜ ਹੋਰ ਬੀਜਦੀ, ਉਹ ਜੰਮਦਾ ਉੱਗਦਾ ਨਹੀਂ। ਸਭ ਲਾਹਾ ਮੂਲ ਗਵਾਏ ਦਾ, ਲਾਹਾ ਵੀ ਗਵਾਇਆ, ਲਾਹ ਤਾਂ ਪੱਲੇ ਪਿਆ ਹੀ ਨਾ, ਪਰ ਮੂਲ ਪੱਲਿਓਂ ਬੀਜ ਵੀ ਗਵਾ ਲਿਆ। ਜਿਹੜੀ ਜ਼ਮੀਨ ਵਾਹੁਣ ਤੇ ਹਾਂਡ ਪੱਲੇ ਪਈ, ਥਕੇਵਾਂ ਪੱਲੇ ਗਿਆ ਵਾਧੂ ਦਾ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਇਸ ਯੁੱਗ ਮੈਂ ਰਾਮ ਨਾਮ ਨਿਸਤਾਰਾ। ਇਸ ਕਲਯੁਗ ਦੇ ਇਸ ਸਮੇਂ ਅੰਦਰ ਰਮਿਆ ਹੋਇਆ ਜੋ ਰਾਮ ਹੈ ਵਾਹਿਗੁਰੂ, ਉਸ ਦੇ ਨਾਮ ਦੁਆਰਾ ਹੀ ਨਿਸਤਾਰਾ। ਨਿਸਤਾਰਾ ਨਿਸ ਪ੍ਰਪੰਚ, ਜਿਹੜਾ ਸੰਸਾਰ ਹੈ, ਨਿਸ ਨਾਮ ਰਾਤ ਦਾ ਨਾ, ਇਹ ਪ੍ਰਪੰਚ ਹੈ ਸੰਸਾਰ। ਰਾਤ ਦੀ ਨਹੀਂ ਹਨੇਰਾ ਇੱਥੇ, ਤਾਰਾ ਪਾਰ ਉਤਾਰਾ। ਨਿਸਤਾਰਾ ਪ੍ਰਪੰਚ ਤੋਂ ਤਾਰਾ ਤਰ ਜਾਣਾ, ਪਰ ਪਾਰ ਉਤਾਰਾ ਹੋ ਜਾਣਾ ਇਹ ਰਾਮ ਦੇ ਨਾਮ ਦੁਆਰਾ ਹੋ ਸਕਦਾ ਹੈ। ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ। ਇਸ ਨਾਮ ਨੂੰ ਕੋਈ ਵਿਰਲਾ ਪ੍ਰਾਪਤ ਕਰਦਾ ਜੋ ਗੁਰੂ ਦੇ ਸ਼ਬਦ ਦੁਆਰਾ ਵਿਚਾਰਦਾ ਹੈ। ਗੁਰੂ ਦੇ ਸ਼ਬਦ ਰਾਹੀਂ ਜਦੋਂ ਵਿਚਾਰਦਾ ਵਾਹਿਗੁਰੂ ਦੇ ਨਾਮ ਦੀ ਵਡਿਆਈ ਨੂੰ, ਆਪਣੇ ਆਪ ਦੀ ਵਿਚਾਰ ਪੈਦਾ ਹੁੰਦੀ ਹੈ ਗੁਰੂ ਦੇ ਸ਼ਬਦ ਰਾਹੀਂ, ਅਤੇ ਫਿਰ ਹੰਗਤਾ ਮਿਟਦੀ ਹੈ, ਨਾਮ ਦੇ ਨਾਲ ਜੁੜਦਾ, ਨਾਮ ਮੰਗਦਾ ਹੈ, ਨਾਮ ਪ੍ਰਾਪਤ ਹੁੰਦਾ ਹੈ। ਆਪ ਤਰੈ ਸਗਲੇ ਕੁਲ ਉਧਾਰਾ। ਆਪ ਤਾਂ ਉਹ ਤਰਦਾ ਹੀ ਹੈ ਸੰਸਾਰ ਸਮੁੰਦਰ ਤੋਂ, ਸਮਝੋ ਨੇ ਸਾਰੀਆਂ ਕੁਲਾਂ ਵੀ ਪਾਰ ਕਰ ਦਿੱਤੀਆਂ, ਸਾਰੀਆਂ ਕੁਲਾਂ ਦਾ ਉਧਾਰ ਕਰਨ ਵਾਲਾ ਉਹ ਬਣ ਜਾਂਦਾ। ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ। ਹਜ਼ੂਰ ਕਹਿੰਦੇ ਨੇ ਇਸ ਕਲਯੁਗ ਦੇ ਸਮੇਂ ਅੰਦਰ ਕੋਈ ਕਰਮ ਧਰਮ ਸਫਲਾ ਨਹੀਂ ਹੈ, ਕਿਉਂ ਕੋਈ ਵੀ ਧਰਮ ਦਾ ਕਰਮ ਜਿਹੜਾ ਅਸੀਂ ਸਮਝਦੇ ਹਾਂ ਨਾ ਵਾਹਿਗੁਰੂ ਦੇ ਨਾਮ ਤੋਂ ਬਗੈਰ ਹੋਰ ਕੋਈ, ਜਿਵੇਂ ਅਨੇਕਾਂ ਤਰ੍ਹਾਂ ਦੇ ਸਾਧਨ ਦੱਸੇ ਗਏ ਨੇ, ਭਈ ਇਹ ਤੀਰਥਾਂ 'ਤੇ ਨਹਾ ਲਓ, ਯੋਗਾ ਅਭਿਆਸ ਕਰ ਲਓ, ਤਪੱਸਿਆ ਕਰ ਲਓ, ਧਿਆਨ ਜੋੜੋ, ਇਹ ਕੋਈ ਕਰਮ ਧਰਮ ਸਫਲਾ ਨਹੀਂ ਹੈ। ਕਲੀ ਕਾ ਜਨਮ ਚੰਡਾਲ ਕੈ ਘਰ ਹੋਈ। ਸੋ ਜਿਹੜਾ ਕਲੀ ਕਲਯੁਗੀ ਜੀਵ ਹੈ, ਇਹਦਾ ਜਨਮ ਮਾਨੋ ਚੰਡਾਲ ਗੁੱਸੇ ਦੇ ਘਰ ਵਿੱਚ ਹੋਇਆ ਹੋਇਆ। ਚੰਡਾਲ ਗੁੱਸੇ ਨੂੰ ਕਹਿੰਦੇ ਨੇ, ਅਗਨ ਕ੍ਰੋਧ ਚੰਡਾਲ। ਕਲਯੁਗ ਦੇ ਜੀਆਂ ਦਾ ਜਨਮ ਹੀ ਕ੍ਰੋਧ ਰੂਪੀ ਚੰਡਾਲ ਦੇ ਘਰ ਵਿੱਚ ਹੋਇਆ ਹੋਇਆ। ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਹਜ਼ੂਰ ਕਹਿੰਦੇ ਨੇ ਸਤਿਗੁਰੂ ਅਮਰਦਾਸ ਕੇ ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ ਕੋਈ ਮੁਕਤ ਨਹੀਂ ਹੋਏਗਾ, ਕਿਸੇ ਦੀ ਮੁਕਤੀ ਨਹੀਂ ਹੋਵੇਗੀ, ਕਿਸੇ ਦਾ ਛੁਟਕਾਰਾ ਨਹੀਂ ਹੋਵੇਗਾ ਵਾਹਿਗੁਰੂ ਦੇ ਨਾਮ ਤੋਂ ਬਗੈਰ। ਇਹ ਜਿਹੜੇ ਕਲਯੁਗੀ ਵਿਕਾਰ ਹਨ, ਕਲਯੁਗ ਦੇ ਸਮੇਂ ਅੰਦਰ ਜਿਹੜੇ ਹਾਵੀ ਹੋ ਰਹੇ ਨੇ ਜੀਆਂ ਦੇ ਉੱਪਰ, ਇਹਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਕਾਮ ਕ੍ਰੋਧ ਮੋਹ ਲੋਭ ਹੰਕਾਰ ਤੋਂ ਮੁਕਤ ਸੁਤੰਤਰ ਨਹੀਂ ਆਪਾਂ ਹੋ ਸਕਦੇ, ਜਮਾ ਤੋਂ ਸੁਤੰਤਰ ਨਹੀਂ ਹੋ ਸਕਦੇ, ਜੰਮਣ ਮਰਨ ਤੋਂ ਖਹਿੜਾ ਨਹੀਂ ਛੁੱਟ ਸਕਦਾ। ਨਾਮ ਤੋਂ ਬਗੈਰ ਕੋਈ ਵੀ ਮੁਕਤੀ ਰੂਪ, ਛੁਟਕਾਰਾ, ਬੰਦ ਖਲਾਸੀ ਰੂਪ ਕੋਈ ਨਹੀਂ ਹੋ ਸਕਦਾ, ਸੁਤੰਤਰ ਨਹੀਂ ਹੋ ਸਕਦਾ। ਜੰਮਣ ਮਰਨ ਦੇ ਗੇੜ ਵਿੱਚ ਪਿਆ ਹੀ ਰਹੇਗਾ ਜੀਵ, ਜੇ ਇਸ ਕਲਯੁਗ ਦੇ ਸਮੇਂ 'ਚ ਵਾਹਿਗੁਰੂ ਦੇ ਨਾਮ ਨਾਲ ਨਹੀਂ ਜੁੜਿਆ। ਇੱਥੋਂ ਤੱਕ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਜੀ ਦੀ ਕਿਰਪਾ ਨਾਲ ਵਿਚਾਰਿਆ ਗਿਆ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ ਕੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।